ਆ ਪੁਰਜਾ ਤੁਸੀਂ ਦੇਖ ਸਕਦੇ ਹੋ ਕਿ ਦੇਖੋ ਜਿਹਨੇ ਨਾ ਥੋੜੀ खेती करनी ਆ ਜਾਂ ਕਹੀਏ ਕਿ ਬਾਗ ਲਾਇਆ ਹੋਇਆ ਵਿਚਾਲੇ ਥੋੜੀ ਜਗ੍ਹਾ 'ਚ ਵਾਹੁਣਾ ਉਹਦੇ ਲਈ ਬਹੁਤ ਕੰਮ ਦੀ ਚੀਜ਼ ਆ। ਬਾਈ ਨੇ ਰਾਹ ਹੀ ਪੱਟ ਕੇ ਰੱਖਤਾ। ਇਸ ਵੇਲੇ ਚੱਲ ਰਿਹਾ ਮੌਸਮ ਸਪਰੇਹਾਂ ਦਾ। ਕਿਸਾਨ ਜਿਹੜੇ ਨੇ ਉਹ ਕਿਸੇ ਦੇ ਤੇਲਾ ਪੈ ਰਿਹਾ, ਕਿਸੇ ਦੇ ਫੰਗਸ ਪੈ ਰਹੀ ਹੈ ਤੇ ਬਾਇਰ ਦਾ ਸਟਾਲ ਲੱਗਿਆ ਹੋਇਆ। ਯੂਰੀਆ ਦਾ ਥੈਲਾ ਪਿਆ। ਇਹ ਉਹ ਚੀਜ਼ ਹੈ ਜਿਹੜੀ ਪਿਛਲੇ 2-3 ਸਾਲਾਂ ਦੇ ਵਿੱਚ ਬਹੁਤ ਲਕੀਰਾਂ ਕਢਾਉਂਦੀ ਹੈ ਕਿਸਾਨਾਂ ਦੀਆਂ। ਉਧਰ ਪਹਿਲਾਂ ਉਧਰ ਯੂਰੀਆ ਜਿਹੜਾ ਆ ਯੂਰੀਆ ਦਿਖਾਇਆ ਵੀ ਜਦੋਂ ਯੂਰੀਆ ਪਾਉਣਾ ਹੁੰਦਾ ਉਦੋਂ ਕਿਸਾਨਾਂ ਨੂੰ ਬਹੁਤ ਗੇੜੇ ਮਰਾਉਂਦਾ। ਇਸ ਵੇਲੇ DAP ਦੀ ਮੰਗ ਬਹੁਤ ਆ। ਬੇਸ਼ੱਕ ਵਰਤਣਾ ਹਜੇ ਲੋਕਾਂ ਨੇ ਮਹੀਨੇ ਬਾਅਦ ਆ। ਕੀ ਕਹੋਗੇ ਵੀ DAP ਇਸ ਵਾਰੀ ਵੀ ਲੋਕਾਂ ਨੂੰ ਜਿਹੜਾ ਆ ਉਹ ਔਖਾ ਮਿਲੂਗਾ ਜਾਂ ਆਰਾਮ ਨਾਲ ਮਿਲ ਜੂ? ਇੱਕ ਨਵਾਂ ਰੁਝਾਨ ਜਿਹੜਾ ਤਸਵੀਰਾਂ ਵੀਡੀਓਜ਼ ਆਮ ਤੌਰ 'ਤੇ ਚੱਲਦੀਆਂ ਨੇ ਕਿ ਦੇਖੋ ਜੀ ਬੰਦੇ ਨੇ ਡਰੋਨ ਦੇ ਨਾਲ ਸਪਰੇਅ ਕੀਤੀ ਆ। ਉਹ ਪੁਰਜਾ ਇੱਧਰ ਪਿਆ। ਬਾਈ ਜੀ ਇਹ ਨੈਨੋ ਯੂਰੀਆ ਦੇ ਬਾਰੇ ਥੋੜੀ ਜਾਣਕਾਰੀ ਦਿਓ। ਨੈਨੋ ਯੂਰੀਆ ਦੂਜੇ ਯੂਰੀਆ ਨਾਲੋਂ ਜਿਵੇਂ ਆਪਾਂ ਗੱਲ ਕਰੀਏ ਦੂਜਾ ਯੂਰੀਆ ਛਿੱਟਾ ਮਾਰਦੇ ਹਾਂ ਤਾਂ ਉਹ 7 ਤੋਂ 8 ਦਿਨ ਦਾ ਉਹਦਾ ਅਸਰ ਹੈ। ਜੇ ਆਪਾਂ ਗੱਲ ਕਰੀਏ ਇਹਦਾ 25 ਦਿਨ ਦਾ ਅਸਰ ਹੈ। ਇਹਨੂੰ ਜਿਹੜਾ ਆਪਾਂ ਦੂਸਰਾ ਯੂਰੀਆ ਪਾਇਆ ਵਾ ਜਿਸ ਬੰਦੇ ਨੇ 3 ਕੰਪਲੀਟ ਕਰ ਲਏ 3 ਜਾਂ 4 ਜਿੱਦਾਂ ਵੀ ਉਹ ਡੋਜ਼ ਪਾਉਂਦਾ ਉਹਦਾ ਪਲਾਂਟ ਪੱਟ ਲੇ ਇੱਕ ਜਿੱਥੇ ਇਹਦੀਆਂ ਆਪਣੀਆਂ 25 ਦਿਨ ਸਪਰੇਅ ਹੋਈ ਵੀ ਹੋ ਗਏ ਹੋਣਗੇ ਜਿੱਥੇ ਇਹਦੀ ਡੋਜ਼ ਕੰਪਲੀਟ ਹੋਊਗੀ ਇਹਦਾ ਬੂਝਾ ਪੱਟ ਲੇ ਇੱਕ ਪਲਾਂਟ ਪੱਟ ਲੇ ਉਹਦਾ ਨਾੜ ਮਿਲਾ ਕੇ ਦੇਖ ਲੇ ਉਹਦਾ ਪੱਤਾ ਮਿਲਾ ਕੇ ਦੇਖ ਲੇ ਤੇ ਉਹਨੂੰ ਅੱਧਾ ਘੰਟਾ ਕਿਤੇ ਆਪਾਂ ਰੱਖ ਕੇ ਦੇਖ ਲਓ ਦੋਨੇ ਪਲਾਂਟਾਂ ਨੂੰ। ਜਿਹੜਾ ਸਭ ਤੋਂ ਪਹਿਲਾਂ ਮੁਰਝਾਊਗਾ ਉਹਦੇ ਤੋਂ ਪਤਾ ਲੱਗ ਜੂਗਾ ਵੀ ਕਿਹੜੀ ਚੀਜ਼ ਕੰਮ ਵੱਧ ਕਰ ਰਹੀ ਹੈ ਕਿਹੜੀ ਘੱਟ ਕਰ ਰਹੀ ਹੈ ਜੀ। ਸਤਿ ਸ੍ਰੀ ਅਕਾਲ। pb.com ਦੇਖ ਰਹੇ ਹੋ ਤੁਸੀਂ। ਸੁਖਵਿੰਦਰ ਸਿੰਘ ਗਰੇਵਾਲ ਦੇ ਵੱਲੋਂ ਆਪ ਸਭ ਦਾ ਸਵਾਗਤ। ਅੱਜ ਅਸੀਂ ਪਟਿਆਲਾ ਪਹੁੰਚੇ ਹਾਂ। ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ ਦੇ ਵਿੱਚ ਹੈ ਤੇ ਇੱਕ ਵਾਰੀ ਫੇਰ ਬਹੁਤ ਵੱਡਾ ਜਿਹੜਾ ਆ ਉਹ ਮੇਲਾ ਲੱਗਿਆ। ਕਰੋਨਾ ਆਉਂਦਾ ਆ, ਲੋਕਡਾਊਨ ਲੱਗਦਾ ਤੇ ਖੇਤੀਬਾੜੀ ਦੇ ਜਿਹੜੇ ਮੇਲੇ ਨੇ ਯੂਨੀਵਰਸਿਟੀ ਪੰਜਾਬ ਲੁਧਿਆਣੇ ਵਾਲੀ ਲਾਉਂਦੀ ਆ ਉਹ ਰੁਕਦੇ ਨੇ। ਪਰ ਇਸ ਵਾਰੀ ਫੇਰ ਕਿਸਾਨ ਵੱਡੀ ਗਿਣਤੀ ਦੇ ਵਿੱਚ ਆਏ ਨੇ ਕਿਉਂਕਿ ਇਹਨਾਂ ਮੇਲਿਆਂ ਤੋਂ ਅਜਿਹੀ ਜਾਣਕਾਰੀ ਮਿਲਦੀ ਆ, ਅਥਾਹ ਜਾਣਕਾਰੀ ਮਿਲਦੀ ਆ ਜਿਹਦੇ ਨਾਲ ਖੇਤੀ ਨੂੰ ਆਧੁਨਿਕ ਤਰੀਕੇ ਦੇ ਨਾਲ ਵੱਧ ਲਾਹੇਵੰਦ ਬਣਾਇਆ ਜਾਂਦਾ। ਸੋ ਅੱਜ ਰੌਣੀ ਦੇ ਵਿੱਚ ਆ। ਰੌਣੀ ਦਾ ਜਿਹੜਾ ਇਕੱਠ ਹੈ, ਰੌਣੀ ਦੇ ਵਿੱਚ ਜੋ ਮਾਹੌਲ ਹੈ ਉਹ ਤੁਹਾਨੂੰ ਵਿਖਾਵਾਂਗੇ ਤੇ ਵੱਖੋ ਵੱਖ ਸਟਾਲਾਂ ਦੇ ਉੱਤੇ ਲੈ ਕੇ ਜਾਣਾ ਆ ਕਿਉਂਕਿ ਇੱਥੇ ਉਹ ਹੁਨਰਮੰਦ ਲੋਕ ਜਿਹੜੇ ਨੇ ਆਪਣੀ ਸਟਾਲ ਲਾਉਂਦੇ ਨੇ ਤੇ ਲੋਕਾਂ ਨੂੰ ਕਿਸਾਨਾਂ ਨੂੰ ਸਿੱਧਾ ਜਿਹੜਾ ਆ ਉਹਨਾਂ ਦੇ ਨਾਲ ਸੰਪਰਕ ਕਰਨ ਦਾ ਮੌਕਾ ਮਿਲਦਾ ਆ ਤੇ ਚੰਗਾ ਮਾੜਾ ਜਿਹੜਾ ਪੁੱਛਣ ਦਾ ਉਹ ਵੀ ਸਮਾਂ ਮਿਲਦਾ। ਸੋ ਪਹਿਲਾਂ ਸਟਾਲਾਂ ਤੇ ਚੱਲਦੇ ਆ। ਭੈਣ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਨਾਂ ਦੱਸਿਓ ਪਹਿਲਾਂ ਆਪਣਾ। ਮੇਰਾ ਨਾਮ ਚਰਨਜੀਤ ਕੌਰ ਹੈ ਜੀ। ਮੈਂ ਦੇਖ ਰਿਹਾ ਕਿ ਤੁਸੀਂ ਨਾ ਗੁਰਮੁਖੀ ਦੇ ਵਿੱਚ ਲਿਖੇ ਹੋਏ ਆ ਨਾ ਇਹ ਝੋਲੇ ਪਏ ਨੇ, ਫੁਲਕਾਰੀ ਪਈ ਆ। ਸਟਾਲ ਹੈ ਕੀ ਪਾਰਟਿਕੂਲਰ ਸਟਾਲ ਦਾ ਕੀ ਨਾਂ ਰੱਖਿਆ? ਮੇਰਾ ਬਲੈਸਿੰਗ ਬੁਟੀਕ ਦੇ ਨਾਮ ਤੇ ਚੱਲਦਾ ਹੈ। ਠੀਕ ਹੈ। ਮੇਰਾ ਨਾਮ ਚਰਨਜੀਤ ਕੌਰ ਹੈ। ਇਹ ਮੇਰਾ ਘਨੌਰ ਸਥਿਤ ਹੈ। ਘਨੌਰ ਵਿਖੇ ਮੇਰਾ ਬੁਟੀਕ। ਉੱਥੋਂ ਅਸੀਂ ਮਤਲਬ ਮੈਂ KVK ਤੋਂ ਟ੍ਰੇਨਿੰਗ ਲੈ ਕੇ ਮੈਡਮ ਗੁਰਪਦੇਸ਼ ਕੌਰ ਤੋਂ ਉਹਨਾਂ ਦੇ ਥਰੂ ਹੀ ਮੈਂ ਆਪਣਾ ਬੁਟੀਕ ਕੀਤਾ ਤੇ ਉਸ ਤੋਂ ਬਾਅਦ ਮੈਂ ਸਟਾਲ ਲਗਾਉਂਦੀ ਹਾਂ। ਬੁਟੀਕਾਂ ਦਾ ਉੱਦਾਂ ਹੈ ਨਾ ਆਮ ਤੌਰ ਤੇ ਸੁਣਦੇ ਆ ਕਿ ਇਕੱਲੇ ਸੂਟ ਵਿਕਦੇ ਨੇ ਜਾਂ ਸੂਟ ਸੀਣੇ ਨੇ। ਤੁਹਾਡੇ ਇੱਥੇ ਜਿਹੜੇ ਝੋਲੇ ਵੀ ਨੇ ਤੇ ਹੋਰ ਕੀ ਕੀ ਆਈਟਮਾਂ ਨੇ? ਮਾੜਾ ਜਿਹਾ ਦੱਸੋ। ਮੇਰੇ ਕੋਲ ਘੱਗਰੇ, ਝੋਲੇ, ਸੂਟ, ਚੁੰਨੀਆਂ, ਫੁਲਕਾਰੀਆਂ, ਨਵੀਂ ਤੋਂ ਪੁਰਾਣੀ ਹਰ ਇੱਕ ਚੀਜ਼ ਮੇਰੇ ਕੋਲ ਹੈਗੀ ਆ। ਤੇ ਮੈਂ ਚਾਹੁੰਦੀ ਹਾਂ ਵੀ ਆਪਣੀ ਜਿਹੜੀ ਪੁਰਾਣੀ ਆਪਣੀ ਗੁਰਮੁਖੀ ਹੋ ਗਈ ਉਹ ਵੀ ਨਾਲ ਪ੍ਰਮੋਟ ਹੋਵੇ। ਦੇਖੋ ਵੈਸਟਰਨ ਤਾਂ ਹੁਣ ਸਾਰੇ ਹੀ ਯੂਜ਼ ਕਰ ਰਹੇ ਨੇ, ਇਸ ਕਰਕੇ ਥੋੜਾ ਫਰਕ ਪਵੇ, ਥੋੜਾ ਐਂਟੀਕ ਹੋਵੇ, ਥੋੜਾ ਜਿਹਾ ਚਾਹ ਹੋਵੇ। ਕੁਝ ਲਿਫਾਫੇ ਬੰਦ ਹੋ ਗਏ ਹੈ, ਇਸ ਕਰਕੇ ਝੋਲਿਆਂ ਦੀ ਜ਼ਿਆਦਾ ਡਿਮਾਂਡ ਹੋ ਗਈ ਹੈ ਤੇ ਨਾਲ ਆਪਣੀ ਗੁਰਮੁਖੀ ਉੱਤੇ ਲਿਖ ਕੇ ਥੋੜਾ ਪੰਜਾਬੀ ਦੇ ਵਰਡ ਲੋਕਾਂ ਨੂੰ ਸਮਝ ਆਵੇ ਵੀ ਹਾਂ ਪੰਜਾਬੀ ਵੀ ਕੋਈ ਚੀਜ਼ ਹੈ, ਉਹਨੂੰ ਵੀ ਪੜ੍ਹਨਾ ਜ਼ਰੂਰੀ। ਇੱਕ ਹੋਰ ਹੈ ਨਾ ਕਿਉਂਕਿ ਅੱਜ ਕੱਲ੍ਹ ਨਾ ਬੋਲੀ ਨੂੰ ਲੈ ਕੇ ਬੜੇ ਮਸਲੇ ਚੱਲਦੇ ਨੇ, ਬਹੁਤ ਰੌਲੇ ਚੱਲਦੇ ਨੇ, ਵਿਵਾਦ ਬਹੁਤ ਹੁੰਦੇ ਨੇ, ਕਲਾਕਾਰ ਵੀ ਉਹਦੇ ਵਿੱਚ ਆ ਜਾਂਦੇ ਨੇ। ਪਰ ਇਹ ਜਿਹੜੀ ਚੀਜ਼ ਇਹਨਾਂ ਨੇ ਬਣਾਈ ਆ ਗੁਰਮੁਖੀ ਦੇ ਵਿੱਚ ਲਿਖਿਆ, ਮੈਨੂੰ ਯਾਦ ਆਉਂਦਾ ਆ ਕਿ ਸਾਡੇ ਖੇਤਰ ਦੇ ਨੇ ਭੈਣ ਗੁਰਦੀਪ ਗਰੇਵਾਲ, ਉਹ ਜਿਹੜਾ ਆ ਉਹਨਾਂ ਕੋਲ ਵੀ ਇੱਕ ਇੱਦਾਂ ਦਾ ਝੋਲਾ ਤਸਵੀਰਾਂ 'ਚ ਅਕਸਰ ਦੇਖਿਆ। ਕਿਉਂਕਿ ਅਸੀਂ ਹਮੇਸ਼ਾ ਝਿਜਕਦੇ ਹਾਂ ਆਪਣੀ ਪੰਜਾਬੀ 'ਚ ਸਾਈਨ ਕਰਨ ਲੱਗੇ ਅਸੀਂ ਝਿਜਕਦੇ ਹਾਂ। ਪਰ ਤੁਹਾਨੂੰ ਲੱਗਦਾ ਵੀ ਹੁਣ ਲੋਕੀ ਜਿਹੜੇ ਨੇ ਉਹਨਾਂ ਨੂੰ ਉਮਾਣ ਮਹਿਸੂਸ ਕਰਦੇ ਨੇ ਇਹ ਚੀਜ਼ਾਂ ਖਰੀਦਣ ਲੱਗੇ ਵੀ ਤੇ ਬਾਜ਼ਾਰ ਨੂੰ ਜਾਂਦੇ ਆਉਂਦੇ ਲੈ ਕੇ ਜਾਣ ਵੇਲੇ ਵੀ? ਹਾਂਜੀ ਬਹੁਤ। ਜੇ ਇੱਕ ਕੋਈ ਲੈ ਕੇ ਜਾਂਦਾ ਤਾਂ ਪੁੱਛਦਾ ਰੋਕ ਕੇ ਕੋਈ ਵੀ ਤੁਸੀਂ ਇਹ ਕਿੱਥੋਂ ਲਿਆ, ਤੇ ਅਸੀਂ ਕਹਿੰਦੇ ਅਸੀਂ ਖੁਦ ਬਣਾਉਂਦੇ ਹਾਂ ਤੇ ਇਹਦੇ ਅਕੋਰਡਿੰਗ ਸਾਡੇ ਕੋਲ ਆਰਡਰ ਵੀ ਆਉਂਦੇ ਆ ਹੁਣ ਕਿਉਂਕਿ ਬੁਟੀਕ ਦੇ ਅਕੋਰਡਿੰਗ ਐਮਬਰਾਇਡਰੀ ਦਾ ਕੰਮ ਮੇਰਾ ਹੈਗਾ ਹੀ ਆ ਤੇ ਫਿਰ ਉਹਨੂੰ ਅਸੀਂ ਗੁਰਮੁਖੀ 'ਚ ਉਹ ਕਰ ਦਿੱਤਾ, ਵਿੱਚ ਥੋੜਾ ਜਿਹਾ ਐਂਟੀਕ ਬਣਾਤਾ ਉਹਨੂੰ ਤੇ ਅੱਛਾ ਲੱਗਦਾ ਸਾਨੂੰ। ਘਰੇ ਕਰਦੇ ਹੋ ਕੰਮ? ਨਹੀਂ, ਮੇਰਾ ਘਨੌਰ ਬੁਟੀਕ ਖੋਲ੍ਹਿਆ ਹੋਇਆ, ਸ਼ਾਪ ਹੈ ਮੇਰੀ ਰੈਂਟ ਤੇ, ਉੱਥੇ ਕਰਦੇ ਆ। ਮੇਰੇ ਨਾਲ 5-7 ਕੁੜੀਆਂ ਵੀ ਲੱਗੀਆਂ ਹੋਈਆਂ ਨੇ। ਸ਼ੁਰੂ ਕੀਤਾ ਸੀ ਉਦੋਂ ਇਕੱਲੇ ਸੀਗੇ ਜਾਂ ਨਾਲ ਟੀਮ ਸੀਗੀ ਪਹਿਲਾਂ ਹੀ? ਨਹੀਂ, ਉਦੋਂ ਮੈਂ ਤੇ ਮੇਰੀ ਸਿਸਟਰ ਦੋਨੋਂ ਹੀ ਸੀਗੇ
ਅਸੀਂ ਨੇ ਕੀਤਾ। ਫਿਰ ਨਾਲ ਦੋ ਇੱਕ ਜਿਵੇਂ ਕੰਮ ਵੱਧਦਾ ਗਿਆ, ਜਿਵੇਂ ਲੋੜਵੰਦ ਸਾਨੂੰ ਮਿਲਦੇ ਰਹੇ, ਅਸੀਂ ਉਹ ਕੁੜੀਆਂ ਰੱਖੀਆਂ ਸਿਲਾਈ ਲਈ ਤੇ ਹੁਣ ਵਧੀਆ ਕੰਮ ਚੱਲੀ ਜਾਂਦਾ। 7-8 ਕੁੜੀਆਂ ਨੂੰ ਕੰਮ ਮਿਲਿਆ ਹੋਇਆ, ਨਾਲ ਰੋਜ਼ਗਾਰ ਹੈ ਤੇ ਸਾਡਾ ਵੀ ਕੰਮ ਵਧੀਆ ਚੱਲੀ ਜਾਂਦਾ। ਕੀ ਸੁਨੇਹਾ ਦਵੋਗੇ ਜੇ ਕਿਸੇ ਹੋਰ ਹੈ ਨਾ ਭੈਣ ਨੇ, ਕਿਉਂਕਿ ਅਕਸਰ ਝਿਜਕ ਹੁੰਦੀ ਆ ਸਾਡੇ ਹੈ ਨਾ, ਖਾਸ ਕਰਕੇ ਸਾਡੀਆਂ ਨਾ ਜਨਾਨੀਆਂ ਦੇ ਵਿੱਚ ਕਿ ਨੌਕਰੀ ਕਰਨੀ ਹੈ ਨਹੀਂ, ਬਹੁਤ ਪਰਿਵਾਰਾਂ ਦੀਆਂ ਬੰਦਿਸ਼ਾਂ ਹੁੰਦੀਆਂ ਨੇ ਤੇ ਆਪਣਾ ਕੰਮ ਸ਼ੁਰੂ ਕਰਨ ਲੱਗੇ ਅਗਲਾ ਕਹਿੰਦਾ ਕਿ ਪਹਿਲਾਂ ਪੈਸਾ ਬਹੁਤ ਲੱਗਦਾ। ਕਿੰਨੀ ਕੁ ਇਨਵੈਸਟਮੈਂਟ ਤੋਂ ਸ਼ੁਰੂ ਹੋ ਸਕਦਾ ਆ ਤੇ ਕਿੰਨਾ ਕੁ ਔਖਾ ਤੇ ਕਿਹੜੇ ਤਰੀਕੇ ਜਿਹੜਾ ਆ ਕਿਸੇ ਨੇ ਕਰਨਾ ਤਾਂ ਕਰ ਸਕਦਾ? ਦੇਖੋ ਸਟਾਰਟਿੰਗ 'ਚ ਇਨਵੈਸਟਮੈਂਟ ਤਾਂ ਕਰਨੀ ਪੈਂਦੀ ਹੈ, ਪਰ ਦੇਖੋ ਜੇ ਆਪਾਂ ਹੱਥ ਨਾਲ ਕਰਨਾ ਤਾਂ ਛੋਟੀ ਸਿਲਾਈ ਮਸ਼ੀਨ ਲੈ ਲਓ। ਕਈ ਬੀਬੀਆਂ ਦੇ ਘਰੇ ਬੈਠ ਕੇ ਹੱਥ ਵਾਲੀ ਮਸ਼ੀਨ ਤੇ ਹੀ ਸੀ ਜਾਂਦੀਆਂ ਨੇ, ਫਿਰ ਵੀ ਉਹ 200 ਰੁਪਇਆ ਡੇਲੀ ਕਮਾ ਲੈਂਦੀਆਂ ਨੇ। ਤਾਂ ਆਪ ਹੀ ਲਾ ਲਓ ਆਪਣੀ ਇਨਕਮ ਕਿੰਨੀ ਹੋ ਸਕਦੀ ਹੈ। ਜੇ ਆਪਾਂ ਬੁਟੀਕ ਸਟਾਰਟ ਕਰਨੀ ਹੈ ਤਾਂ ਵੀ ਆਪਾਂ 20-50 ਹਜ਼ਾਰ ਤੋਂ ਸ਼ੁਰੂ ਕਰ ਸਕਦੇ ਹਾਂ। ਛੋਟੇ ਤੋਂ ਛੋਟੇ ਲੈਵਲ ਪਰ ਆਪਣੇ ਬਜਟ ਦੇ ਅਕੋਰਡਿੰਗ ਆਪਾਂ ਇੱਕ ਮਸ਼ੀਨ ਰੱਖ ਕੇ ਕੰਮ ਸ਼ੁਰੂ ਕਰ ਲਓ। ਜਿਵੇਂ ਆਰਡਰ ਆਇਆ ਆਪਣੇ ਆਪ ਹੀ ਆਪਾਂ ਨੂੰ ਹੋ ਜਾਂਦਾ, ਆਪਾਂ ਇੱਕ ਮਸ਼ੀਨ ਹੋਰ ਖਰੀਦ ਲਓ, ਇੰਨੇ ਜੋਗੇ ਤਾਂ ਹੋ ਹੀ ਜਾਂਦੇ ਆ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮੈਂ 5-7 ਜਣਿਆਂ ਨੂੰ ਹੋਰ ਰੋਜ਼ਗਾਰ ਦਿੱਤਾ ਹੋਇਆ, ਤਾਂ ਨੈਚੁਰਲ ਹੈ ਕਿ ਤੁਹਾਡੇ ਕੋਲੇ ਜਿਹੜੇ ਆਰਡਰ ਉਹ ਵੱਧ ਆਉਂਦੇ ਹੋਣਗੇ। ਹੁਣ ਮਤਲਬ ਵਧੀਆ ਆ, ਇੱਕ ਵਧੀਆ ਕਮਾਈ ਦਾ ਸਾਧਨ ਆ। ਹਾਂਜੀ, ਬਹੁਤ ਵਧੀਆ ਕਮਾਈ ਦਾ ਸਾਧਨ ਹੈ। ਮੰਥਲੀ ਦੇਖੋ 5-5 ਹਜ਼ਾਰ ਰੁਪਏ ਉਹ ਕਮਾ ਕੇ ਜਾਂਦੀਆਂ ਨੇ ਤੇ ਮੇਰਾ ਖਰਚਾ ਕਰਕੇ ਮੈਨੂੰ ਵੀ 5-7 ਬਚ ਜਾਂਦਾ ਹੈ। ਤਾਂ ਵਧੀਆ ਸਾਡਾ ਮਿਲ ਕੇ ਚੱਲਦਾ ਸਭ ਦਾ ਕੰਮ। 4 ਘਰ ਹੋਰ ਚੱਲਦੇ ਆ ਤੇ ਨਾਲ ਮੇਰਾ ਵੀ ਨਾਮ ਚੱਲੀ ਜਾਂਦਾ, ਨਾਲੇ ਕੰਮ ਚੱਲੀ ਜਾਂਦਾ ਹੈ। ਬੜਾ ਚੰਗਾ ਲੱਗਿਆ। ਦੇਖੋ ਨਾ ਚੀਜ਼ਾਂ ਕਰਨ ਨੂੰ ਸਾਡੇ ਕੋਲੇ ਬੜਾ ਕੁਛ ਆ, ਅਸੀਂ ਜਜ਼ਬਾ ਰੱਖਦੇ ਹਾਂ, ਅਸੀਂ ਹਿੰਮਤ ਰੱਖਦੇ ਹਾਂ, ਕਈ ਵਾਰੀ ਸਾਨੂੰ ਰਸਤਾ ਨਹੀਂ ਮਿਲਦਾ। ਸੋ ਇਹੋ ਜਿਹੇ ਮੇਲਿਆਂ ਦੇ ਉੱਤੇ ਜਦੋਂ ਆਉਂਦੇ ਹਾਂ ਅਸੀਂ, ਤਾਂ ਸਾਨੂੰ ਜਿਹੜਾ ਆ ਉਹ ਸਵਾਲ ਆਪਣੇ ਮਨਾਂ ਦੇ ਜ਼ਰੂਰ ਪੁੱਛਣੇ ਚਾਹੀਦੇ ਨੇ। ਜਿਵੇਂ ਭੈਣ ਉਹਨਾਂ ਕੋਲੇ ਆਏ ਆ, ਹੋਰ ਬੜੀਆਂ ਸਟਾਲਾਂ ਨੇ। ਸੋ ਇਹ ਇੱਕ ਬੜਾ ਸੋਹਣਾ, ਬੜਾ ਇੱਕ ਯੂਨੀਕ ਜਿਹਾ ਕੰਮ ਦੱਸਿਆ, ਕਿਉਂਕਿ ਇੱਕ ਪਾਸੇ ਤੁਸੀਂ ਆਪਣੀ ਬੋਲੀ ਦੇ ਨਾਲ, ਆਪਣੀ ਗੁਰਮੁਖੀ ਦੇ ਨਾਲ ਵੀ ਲੋਕਾਂ ਨੂੰ ਜੋੜਦੇ ਹੋ ਤੇ ਦੂਜੇ ਬੰਨੇ ਸੈਲਫ ਡਿਪੈਂਡੈਂਟ ਹੁੰਦੇ ਹੋ। ਅੱਗੇ ਜਾ ਕੇ ਦੇਖਦੇ ਹਾਂ, ਬਹੁਤ ਕੁਛ ਹੈ ਅੱਜ ਰੌਣੀ ਦੇ ਮੇਲੇ ਤੇ। ਇਸ ਵੇਲੇ ਜਿਹੜੀ ਚੀਜ਼ ਨਾ ਤੁਹਾਨੂੰ ਵਿਖਾਉਣੀ ਆ, ਖਾਸ ਉਹਨਾਂ ਲੋਕਾਂ ਲਈ ਆ ਜਿਨ੍ਹਾਂ ਦੇ ਘਰ ਦੇ ਵਿੱਚ ਥਾਂ ਜਿਹੜੀ ਆ ਉਹ ਭੋਰਾ ਵੀ ਕੱਚੀ ਨਹੀਂ ਹੁੰਦੀ। ਰੀਝ ਹੁੰਦੀ ਆ ਮਨ ਦੇ ਵਿੱਚ ਕਿ ਯਾਰ ਥੋੜਾ ਬਹੁਤਾ ਬੂਟੇ ਲਾ ਲਈਏ, ਸਬਜ਼ੀ ਜਿਹੜੀ ਘਰ ਦੀ ਉਗਾ ਲਈਏ। ਸੋ ਇਹ ਬਾਈ ਇਹ ਪ੍ਰੋਪਰ ਇਹਨਾਂ ਦੇ ਵਿੱਚ ਮਿੱਟੀ ਪਾ ਕੇ ਰਿਸਦੀ ਤਾਂ ਨਹੀਂ, ਬਾਹਰ ਪਾਣੀ ਤਾਂ ਨਹੀਂ ਨਿਕਲਦਾ? ਨਹੀਂ, ਪਾਣੀ ਇੱਧਰ ਸਾਈਡਾਂ ਤੋਂ ਨਿਕਲ ਜਾਏਗਾ। ਅੱਛਾ, ਹਾਂ, ਇਹਦੇ ਤੇ ਕੋਕੋਪੀਟ, ਵਰਮੀ ਕਲਾਈਟ, ਪਰਲਾਈਟ, ਨੀਮ ਖਲੀ, ਸਾਰਾ ਕੁਝ ਮਿਕਸ ਪਾ ਕੇ। ਇੱਕ ਦੱਸੋ, ਜਿਵੇਂ ਨਾ ਆਪਾਂ ਕਹਿ ਦਿੰਦੇ ਆ ਕਿ ਮਿੱਟੀ ਦਾ ਯਾਰ ਵਜਨ ਬਹੁਤ ਹੁੰਦਾ, ਬਨੇਰਿਆਂ ਤੇ ਰੱਖਣੀ ਔਖੀ ਹੋ ਜਾਂਦੀ ਹੈ, ਤੇ ਇਹਦੇ ਵਿੱਚ ਫਿਰ ਕਿਹੜੀ ਚੀਜ਼ਾਂ ਜਿਹੜੀਆਂ ਨੇ ਜਿਨ੍ਹਾਂ ਦੇ ਵਿੱਚ ਪੌਦਾ ਵੀ ਲੱਗ ਸਕਦਾ ਹੈ ਨਾ, ਕੋਈ ਸਬਜ਼ੀ ਵੀ ਲੱਗ ਸਕਦੀ ਆ? ਮਤਲਬ ਜਿਵੇਂ ਵਰਮੀ ਕੰਪੋਸਟ ਪੈਂਦਾ ਆ, ਕੋਕੋਪਿਟ ਕਹਿ ਦਿੰਦੇ, ਆਮ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਹੈਗਾ ਇਹਦੇ ਬਾਰੇ ਬਹੁਤਾ। ਹਾਂਜੀ, ਇਹ ਸਾਰੀ ਚੀਜ਼ ਲਗਾ ਕੇ ਆਪਾਂ ਲਗਾਉਂਦੇ ਨਾ, ਬਹੁਤ ਅੱਛੀ ਹੁੰਦੀ ਹੈ। ਸਾਡੇ ਕੋਲ ਜਿਹੜਾ ਹੈ ਬਰਮੀ ਕੰਪੋਸਟ ਦਾ ਬੈੱਡ ਵੀ ਹੈਗਾ। ਜੇ ਬਰਮੀ ਕੰਪੋਸਟ ਘਰ ਦੇ ਵਿੱਚ ਤਿਆਰ ਕਰਨੀ ਹੋਵੇ, ਸਬਜ਼ੀਆਂ ਜਿਹੜੀਆਂ ਪਈਆਂ ਹੁੰਦੀਆਂ ਨੇ ਆਪਣੇ ਘਰ ਦੀਆਂ, ਹੋਰ ਘਰ ਦਾ ਜਿੰਨਾ ਵੀ ਕਿਚਨ ਦਾ ਉਹ ਹੈ, ਉਹਦੇ ਲਈ ਵੀ ਸਾਡੇ ਕੋਲ ਬੈੱਡ ਹੈਗਾ। ਉਹ ਤੁਸੀਂ ਉਹਦੇ ਨਾਲ ਆਪਾਂ ਤਿਆਰ ਕਰ ਸਕਦੇ ਹਾਂ, ਘਰ ਦੇ ਵਿੱਚ ਹੀ ਆਪਣੀ ਬਰਮੀ ਕੰਪੋਸਟ ਤਿਆਰ ਕਰ ਸਕਦੇ ਹਾਂ। ਔਰ ਆਪਣੀਆਂ ਜਿਹੜੀਆਂ ਤਰੀਕਾ ਕੀ ਹੁੰਦਾ ਉਹਨੂੰ ਕਰਨ ਦਾ? ਉਹਦੇ ਲਈ ਆਪਾਂ ਨੂੰ ਜੀ ਬੈੱਡ ਹੈ ਜੀ, ਬੈੱਡ ਦੇ ਵਿੱਚ ਤੁਸੀਂ ਪਾ ਕੇ ਜਿੰਨੇ ਵੀ ਸਬਜ਼ੀਆਂ ਨੇ ਜਾਂ ਕੋਈ ਵੀ ਕਿਚਨ ਦਾ ਸਾਰਾ ਇਹਦੇ ਵਿੱਚ ਪਾ ਲਓ, ਪੱਤੇ ਪਾ ਲਓ, ਜਿੰਨੇ ਵੀ ਸਾਰੀ ਰਹਿੰਦ ਖੂੰਦ ਪਾ ਕੇ ਆਪਾਂ ਉਹਨੂੰ ਤਿਆਰ ਕਰ ਸਕਦੇ ਹਾਂ ਤੇ ਬਿਨਾ ਜ਼ਹਿਰ ਤੋਂ ਇਹਦੇ ਵਿੱਚ ਕੋਈ ਜੀਵ ਵੀ ਛੱਡਣਾ ਪੈਂਦਾ ਹੈ, ਜਿਵੇਂ ਕਹਿੰਦੇ ਆ ਗੰਡੋਏ ਛੱਡਣੇ ਆ ਜਾਂ ਕੁਝ? ਗੰਡੋਏ ਛੱਡ ਲਓ ਤਾਂ ਬਹੁਤ ਅੱਛੀ ਬਾਤ ਹੈ ਜੀ। ਬਾਕੀ ਇੱਕ ਡੀਕੰਪੋਸਟ ਆਉਂਦਾ ਹੈ, ਡੀਕੰਪੋਸਟ ਪਾ ਲਓ, ਬਹੁਤ ਅੱਛਾ ਆਉਂਦਾ। 20 ਰੁਪਏ ਦੀ ਸ਼ੀਸ਼ੀ ਹੈ, ਉਹ ਗੌਰਮੈਂਟ ਹੀ ਦਿੰਦੀ ਹੈ ਆਪਾਂ ਨੂੰ। 20 ਰੁਪਏ ਦੀ ਡੀਕੰਪੋਸਟ ਨਾਲ ਆਪਾਂ ਇਹਨੂੰ ਤਿਆਰ ਕਰ ਸਕਦੇ ਹਾਂ। ਇਹਦਾ ਖਰਚਾ ਕਿੰਨਾ ਕਾ ਜੀ? ਇਹਦੇ ਅਲੱਗ-ਅਲੱਗ ਬੈੱਡ ਦੇ ਮੁਤਾਬਕ ਰੇਟ ਨੇ ਜੀ। ਤੇ ਸਾਰੇ ਸਾਡੇ ਕੋਲੇ ਜਿੰਨੇ ਵੀ ਬਲੂ ਸਟਾਲੀਅਨ ਦੇ ਸਾਡੇ ਨੇ, ਹਰ ਤਰ੍ਹਾਂ ਦੇ ਸਾਡੇ ਕੋਲੇ ਬਰਮੀ ਕੋਲਾਈਟ, ਕੋਲਾਈਟ ਤੇ ਬਰਮੀ ਕੰਪੋਸਟ, ਸਾਰੇ ਸਾਡੇ ਕੋਲੇ ਗਾਰਡਨ ਦੇ ਫੁੱਲ ਰੇਂਜ ਹੈ। ਜਿਹੜੇ ਆਪਣੇ ਇਹਦੇ 'ਚ ਗਾਰਡਨ ਲਾਉਂਦੇ ਆ ਜਾਂ ਕੋਠਿਆਂ ਦੇ ਉੱਤੇ ਸਬਜ਼ੀ ਲਾਉਣ ਦਾ, ਸਾਡੇ ਕੋਲੇ ਫੁੱਲ ਰੇਂਜ ਹੈ ਜੀ ਸਾਡੇ ਕੋਲ। ਹੁਣ ਟੈਰਿਸ ਗਾਰਡਨ ਦਾ ਬੜਾ ਰਿਵਾਜ ਚੱਲ ਰਿਹਾ ਹੈ ਨਾ? ਹਾਂਜੀ, ਟੈਰਿਸ ਗਾਰਡਨ ਦਾ ਸਾਡੇ ਕੋਲ ਹੈ, ਫੁੱਲ ਰੇਂਜ ਹੈ ਜੀ। ਬਿਲਕੁਲ, ਕਿਉਂਕਿ ਇਹਦੇ ਦੇਖੋ ਜਿਹੜੀ ਚੀਜ਼ਾਂ ਨੇ ਨਾ ਮੋਟੀਆਂ ਮੈਂ ਤੁਹਾਨੂੰ ਦਿਖਾਵਾਂ। ਇਹ ਜਿਹੜੀਆਂ ਟਰੇਆਂ ਨੇ ਇਹ ਬਹੁਤ ਪ੍ਰਚਲਿਤ ਨੇ ਅੱਜ ਦੇ ਸਮੇਂ ਦੇ ਵਿੱਚ। ਇੱਕ ਕੱਢ ਕੇ ਦਿਓ ਵੀਰੇ। ਕੋਈ ਵੀ ਨਰਸਰੀ ਤਿਆਰ ਕਰਨੀ ਆ, ਕੋਈ ਵੀ ਤੁਹਾਡੇ ਕੋਲੇ ਉਸ ਵੇਲੇ ਤੁਹਾਡੀ ਜ਼ਮੀਨ ਨਹੀਂ ਵਿਹਲੀ ਹੈਗੀ, ਕੁਝ ਨਹੀਂ ਹੈਗਾ, ਤੁਸੀਂ ਅੱਜ ਕੱਲ੍ਹ ਗੰਨਾ ਜਿਹੜਾ ਆ, ਗੰਨੇ ਦੀ ਪਨੀਰੀ ਤਿਆਰ ਕੀਤੀ ਜਾਂਦੀ ਹੈ ਇਹਨਾਂ ਦੇ ਵਿੱਚ। ਵੱਡੀ ਗੱਲ ਸਭ ਤੋਂ ਜਿਹੜੀ ਅਸੀਂ ਸੋਚਦੇ ਆ ਨਾ ਕਿ 30-30, 40-40 ਕੁਇੰਟਲ ਬੀਜ ਇੱਕ ਕਿੱਲੇ ਨੂੰ ਲੱਗ ਜਾਂਦਾ ਗੰਨੇ ਦਾ, ਉਹ ਜੇ ਤੁਸੀਂ ਸਿਰਫ ਤੇ ਸਿਰਫ ਅੱਖ ਵੱਢ ਕੇ ਪਨੀਰੀ ਤਿਆਰ ਕਰਦੇ ਹੋ ਤਾਂ ਤੁਹਾਡਾ ਚੌਥੇ ਹਿੱਸੇ ਦਾ ਜਿਹੜਾ ਆ ਉਹ ਗੰਨਾ ਲੱਗਦਾ ਸਿਰਫ। ਸੋ
ਸੋ ਖੇਤੀ ਬੜੀ ਆਧੁਨਿਕ ਹੋ ਰਹੀ ਆ, ਬੜੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਸਿੱਖਣ ਦੀ ਸਮਝਣ ਦੀ ਲੋੜ ਆ। ਤੇ ਵੱਡੀ ਗੱਲ ਇਹ ਆ ਕਿ ਜਦੋਂ ਤੁਸੀਂ ਇਹੋ ਜਿਹੀ ਥਾਵਾਂ ਤੇ ਆਉਂਦੇ ਹੋ ਤਾਂ ਚੰਗੀ ਤਰ੍ਹਾਂ ਜਿਹੜੀ ਜਾਣਕਾਰੀ ਆ ਉਹ ਜ਼ਰੂਰ ਇਕੱਠੀ ਕਰਨੀ ਚਾਹੀਦੀ ਹੈ। ਇਸ ਪਾਸੇ ਚੱਲਦੇ ਆ, ਮਸ਼ੀਨਰੀ ਜਿਹੜੀ ਆ ਉਹ ਬਹੁਤ ਵੱਡੀ ਜਿਹੜੀ ਆ ਤਾਦਾਦ ਦੇ ਵਿੱਚ ਖੜੀ ਆ, ਅਲੱਗ-ਅਲੱਗ ਚੀਜ਼ਾਂ ਨੇ। ਰੌਣੀ ਤੇ ਕਿਸਾਨ ਮੇਲੇ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਅਸੀਂ ਵਿਖਾ ਰਹੇ ਹਾਂ। ਤੇ ਕਿਸਾਨ ਜਿਹੜੇ ਨੇ, ਅਗਾਂਹ ਵਧੂ ਕਿਸਾਨ ਮੈਂ ਕਹੂੰਗਾ, ਉਹ ਕਦੇ ਵੀ ਅਜਿਹੇ ਜਿਹੜੇ ਆ ਮੇਲੇ ਉਹਨਾਂ ਨੂੰ ਮਿਸ ਨਹੀਂ ਕਰਦੇ ਹੈਗੇ। ਦੇਖਿਓ ਬਾਈ ਜੀ, ਸੋ ਮੇਰੇ ਪਿੱਛੇ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਕਿ ਸਟੇਜ ਲੱਗੀ ਹੋਈ ਆ ਤੇ ਕਿਸਾਨ ਵੀਰ ਬੈਠੇ ਨੇ। ਇੱਥੇ ਵੱਖੋ-ਵੱਖ ਵਿਗਿਆਨੀਆਂ ਨੇ, ਯੂਨੀਵਰਸਿਟੀ ਦੇ ਡਾਕਟਰਾਂ ਨੇ ਜਿਹੜਾ ਆ ਉਹ ਸੰਬੋਧਨ ਕਰਨਾ, ਦੱਸਣਾ ਵੀ ਐਤਕੀ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਯੂਨੀਵਰਸਿਟੀ ਨਵੀਆਂ ਲੈ ਕੇ ਆਈ ਹੈ ਕਿਸਾਨਾਂ ਵਾਸਤੇ, ਕਿਹੜੇ ਨਵੇਂ ਬੀਜ ਜਿਹੜੇ ਨੇ ਉਹ ਅੱਗੇ ਵਰਤਣੇ ਚਾਹੀਦੇ ਨੇ, ਕਿਹੜੀਆਂ ਬਿਮਾਰੀਆਂ ਆਈਆਂ ਨੇ, ਸਾਡੀਆਂ ਕਿਸਾਨਾਂ ਦੀਆਂ ਕੀ ਗਲਤੀਆਂ ਰਹੀਆਂ ਨੇ। ਸੋ ਇੱਥੇ ਜਿਹੜਾ ਘੰਟਾ ਡੇਢ ਘੰਟਾ ਜਿਹੜਾ ਇਹਨਾਂ ਨੂੰ ਸੁਣਨਾ ਜਿਹੜਾ ਬੜਾ ਲਾਹੇਵੰਦ ਹੁੰਦਾ। ਤੇ ਆਲੇ ਦੁਆਲੇ ਜਿਹੜੀਆਂ ਸਟਾਲਾਂ ਨੇ ਉਹ ਲੱਗੀਆਂ ਹੋਈਆਂ ਨੇ, ਨਾਲੋਂ ਨਾਲ ਕਿਸਾਨ ਜਿਹੜੇ ਨੇ ਇੱਥੇ ਘੁੰਮਦੇ ਨੇ। ਤੁਸੀਂ ਦੇਖ ਸਕਦੇ ਹੋ ਟਰੈਕਟਰਾਂ ਦੀਆਂ ਜਿਹੜੀਆਂ ਸਟਾਲਾਂ ਨੇ, ਡਿਜੀਟਰੈਕ ਦੇ ਟਰੈਕਟਰ ਖੜੇ ਨੇ, ਹੋਰ ਬਹੁਤ ਕੁਝ ਹੈ, ਮਸ਼ੀਨਰੀ, ਰੋਟਾਵੇਟਰ, ਜੌਂਡੀਅਰ ਵਾਲੇ ਆ ਗਏ ਉਸ ਪਾਸੇ। ਸੋ ਇੱਥੇ ਲੋਕ ਬਹੁਤ ਕੁਝ ਪੁੱਛਦੇ ਨੇ ਇਹਨਾਂ ਨੂੰ, ਭਾਈ ਰੇਟ ਕੀ ਆ, ਕੀ ਸਹੂਲਤ ਦਿੰਦੇ ਹੋ, ਕਿੰਨਾ ਲੋਨ ਹੈ, ਬੜਾ ਕੁਝ ਹੈ। ਪਰ ਇਹਨਾਂ ਚੀਜ਼ਾਂ ਤੋਂ ਮੈਂ ਕਹਿੰਦਾ ਕਿਸਾਨਾਂ ਨੂੰ ਥੋੜ੍ਹਾ ਜਿਹਾ ਬਚਣਾ ਵੀ ਚਾਹੀਦਾ। ਬੇਲੋੜਾ ਖਰਚਾ, ਦਿਖਾਵੇ ਦੇ ਪਿੱਛੇ ਜ਼ਿਆਦਾ ਘੁੰਮਣਾ, ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ। ਆ ਗਿਆ ਜੀ ਮਿੱਟੀ ਵਾਲਾ ਕਰਾਹ। ਇਹ ਆਉਣ ਵਾਲੇ ਸਮੇਂ ਦੇ ਵਿੱਚ ਸਭ ਤੋਂ ਲਾਹੇਵੰਦ ਚੀਜ਼ ਜਿਹੜੀ ਆ ਉਹ ਸਾਬਤ ਹੋਣੀ ਆ। ਜਿਸ ਤਰੀਕੇ ਪਾਣੀ ਜਿਹੜਾ ਉਹ ਡੂੰਘਾ ਜਾ ਰਿਹਾ, ਬਿਜਲੀ ਜਿਹੜੀ ਆ ਉਹ ਅੱਜ ਬੇਸ਼ੱਕ ਮੁਫਤ ਮਿਲ ਰਹੀ ਆ, ਪਰ ਆਉਣ ਵਾਲੇ ਸਮੇਂ 'ਚ ਜਦੋਂ ਬਿਜਲੀ ਦਾ ਮੁੱਲ ਤਾਰਨਾ ਪੈਣਾ ਆ ਤਾਂ ਸੋਚ ਸਮਝ ਕੇ ਪਾਣੀ ਲੱਗਿਆ ਕਰੂਗਾ। ਫਿਰ ਸਭ ਤੋਂ ਜ਼ਰੂਰੀ ਕੀ ਆ ਵੀ ਖੇਤ ਤੁਹਾਡਾ ਪੱਧਰਾ ਹੋਣਾ ਚਾਹੀਦਾ। ਪਿਛਲੇ ਸਾਲ 2 ਸਾਲ ਦੇ ਵਿੱਚ ਪਰਾਲੀ ਨੂੰ ਖਤਮ ਕਰਨ ਦੇ ਲਈ ਸਭ ਤੋਂ ਵੱਧ ਜੇ ਕਿਸੇ ਮਸ਼ੀਨਰੀ ਦੀ ਚਰਚਾ ਹੋਈ ਆ ਤਾਂ ਉਹ ਸੁਪਰ ਸੀਡਰ ਦੀ ਹੋਈ ਆ। ਵੱਡੇ ਪੱਧਰ ਦੇ ਉੱਤੇ ਸਰਕਾਰ ਨੇ ਜਿਹੜਾ ਆ ਉਹ ਸਬਸਿਡੀਆਂ ਦਿੱਤੀਆਂ ਨੇ, ਕਿਸਾਨਾਂ ਨੇ ਲਈਆਂ ਵੀ ਨੇ, ਪਰ ਕੀ ਵਾਕਿਆ ਦੇ ਵਿੱਚ ਸੁਪਰ ਸੀਡਰ ਜਿਹੜਾ ਆ ਉਹ ਅੱਗ ਪਰਾਲੀ ਦਾ ਹੱਲ ਹੈਗਾ? ਇਹ ਕਿਸਾਨ ਜਿਹੜੇ ਆ ਉਹ ਬਿਹਤਰ ਦੱਸ ਸਕਦੇ ਨੇ। ਬਾਪੂ ਜੀ ਕੀ ਹਾਲ ਹੈ ਜੀ? ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਇਧਰ ਮੁੰਡਿਆਂ ਨਾਲ ਗੱਲ ਕਰੋ। ਸੁਪਰ ਸੀਡਰ ਦੀ ਭਾਈ ਜੀ ਥੋੜੀ ਜਿਹੀ ਜਾਣਕਾਰੀ ਜਿਹੜੀ ਆ ਉਹ ਲੈਣੀ ਚਾਹੁੰਦੇ ਆ। ਇਹ ਆਪਾਂ ਉਦਾਂ ਮੇਲੇ 'ਚ ਆਏ ਆ ਜਾਂ ਆਪਾਂ ਸਟਾਲ ਲਾਈਏ ਕੋਈ? ਨਹੀਂ ਵੀਰ ਜੀ, ਆਪਾਂ ਸਟਾਲ ਨਹੀਂ ਲਾਏ, ਆਪਾਂ ਮੇਲੇ 'ਚ ਆਪਾਂ ਕਿਸਾਨ ਨੇ। ਫਿਰ ਤੁਸੀਂ ਬਿਹਤਰ ਦੱਸ ਸਕਦੇ ਹੋ, ਬਿਹਤਰ ਦੱਸ ਸਕਦੇ ਹੋ ਵੀ ਸੁਪਰ ਸੀਡਰ ਜਿਵੇਂ ਕਹਿੰਦੇ ਆ ਵੀ ਸੁਪਰ ਸੀਡਰ ਪ੍ਰੋਪਰ ਹੱਲ ਆ ਇੱਕ ਪਰਾਲੀ ਨੂੰ ਵਿੱਚ ਰਲਾਉਣ ਦਾ। ਮਤਲਬ ਮੰਨਦੇ ਹੋ ਵੀ ਹਾਂ 100% ਕਾਮਯਾਬ ਹੈ? ਨਹੀਂ ਮੈਂ ਪੜ੍ਹ ਕੇ ਵੀਰ ਜੀ ਇਹਨੂੰ ਆਪਾਂ 100% ਹੱਲ ਨਹੀਂ ਕਹਿ ਸਕਦੇ। ਇਹ ਨਾ ਦੇਖੋ, ਇੱਕ ਇਹਦੇ ਵਾਸਤੇ ਆਪਾਂ ਨੂੰ ਸੰਦ ਬਹੁਤ ਵੱਡੇ ਰੱਖਣੇ ਪੈਂਦੇ ਨੇ, ਤੇ ਜਿੱਥੇ ਕਰੜੀਆਂ ਪੈਲੀਆਂ ਨੇ ਉਹਨਾਂ ਦੇ ਵਿੱਚ ਇਹ ਮਤਲਬ ਕਾਮਯਾਬ ਨਹੀਂ ਹੁੰਦੇ, ਧੜਕਦੇ ਨੇ। ਤੇ ਜਿਹੜੀ ਊਸ਼ਾ ਦੀ ਪਰਾਲੀ ਹੋ ਗਈ ਉਹ ਇੰਨੀ ਜ਼ਿਆਦਾ ਹੁੰਦੀ ਹੈ, ਇਹਨੂੰ ਜਿੰਨਾ ਮਰਜ਼ੀ ਆਪਾਂ ਦੋਰ ਛੱਡੋ, ਤੇਰ ਛੱਡੋ, ਲਾ ਲਓ, ਤਾਂ ਵੀ ਉਹ ਪਰਾਲੀ ਮਤਲਬ ਵਿੱਚ ਮਿਕਸ ਨਹੀਂ ਕਰ ਪਾਉਂਦੇ। ਜਿਹੜੇ ਹਲਕੀਆਂ ਮਤਲਬ ਰੇਤਲੀਆਂ ਜ਼ਮੀਨਾਂ ਨੇ ਉਹ ਥੋੜ੍ਹੀਆਂ ਜਿਹੀਆਂ ਜ਼ੋਰ ਘੱਟ ਲੈਂਦੀਆਂ ਨੇ, ਉੱਥੇ ਥੋੜ੍ਹਾ ਬਹੁਤਾ ਕੰਮ ਕਰ ਜਾਂਦੇ ਨੇ। ਉਸ ਤੋਂ ਬਾਅਦ ਵਿੱਚ ਜਦੋਂ ਪਰਾਲੀ ਵਿੱਚ ਮਿੱਧੀ ਜਾਂਦੀ ਹੈ ਤੇ ਉਹਦੇ ਵਿੱਚ ਸੁੰਡੀ ਬਹੁਤ ਜ਼ਿਆਦਾ ਪੈ ਜਾਂਦੀ ਹੈ। ਹਾਂਜੀ, ਕਾਫੀ ਮਤਲਬ 10-10, 12-12 ਫੁੱਟ ਦੇ ਤੌੜ ਪੈ ਜਾਂਦੇ ਨੇ, ਤੇ ਇੱਕ ਇਹਦੇ ਵਿੱਚ ਚੂਹਾ ਬਹੁਤ ਪੈ ਜਾਂਦਾ ਜੀ। ਸਭ ਤੋਂ ਵੱਡੇ ਪਰਾਲੀ ਦਾ ਨੁਕਸਾਨ ਬਹੁਤ ਜ਼ਿਆਦਾ ਜੀ, ਥੋੜਾ ਨਹੀਂ ਹੈਗਾ। ਤੇ ਮਤਲਬ ਇਹਦੇ ਨਾਲ ਕਿਸਾਨ ਕੋਸ਼ਿਸ਼ ਤਾਂ ਕਰਦੇ ਨੇ, ਇਹਦਾ ਹੱਲ ਕਿੰਨਾ ਕੁ ਹੋ ਜਾਂਦਾ ਵੀ ਜਿਹੜਾ ਹੁਣ ਆਪਾਂ ਥੋੜੇ ਟਾਈਮ ਵਾਲੀਆਂ ਫਸਲਾਂ ਲਾਉਂਦੇ ਆ, ਉਹਨੂੰ ਆਪਾਂ ਇਹਨੂੰ ਮਤਲਬ ਨਾਲ ਕਣਕ ਕੇਰਨ ਤੋਂ ਬਿਨਾਂ ਆਪਾਂ ਇਹਨੂੰ ਮਤਲਬ ਪਰਾਲੀ ਨੂੰ ਵਿੱਚ ਗੁੰਨ ਦਈਏ, ਫਿਰ ਪਾਣੀ ਲੱਗ ਜੇ, ਫਿਰ ਉਹ ਥੋੜਾ ਬਹੁਤਾ ਮਸਲਾ ਹੱਲ ਜਿਹਾ ਹੋ ਜਾਂਦਾ ਜੀ। ਉਹਦੇ ਲਈ ਤਾਂ ਫਿਰ ਬਈ ਹੈ ਨਾ 1509 ਜਾਂ 126 ਆਹੀ ਹਾਂ 1509 ਉਹਨਾਂ ਵਾਸਤੇ ਮਤਲਬ ਇਹ ਕਾਰੀਗਰ ਹੁੰਦਾ। ਜੇ ਆਪਾਂ ਕਹੀਏ ਕਿ ਜਿਸ ਤਰ੍ਹਾਂ ਪੂਛਾ ਝੋਨਾ ਲਾ ਲਿਆ, ਉਸ ਤੋਂ ਬਾਅਦ ਚ ਆਪਾਂ ਇਹਦੇ ਨਾਲ ਬੀਜ ਲਈਏ, ਤੇ ਉਹਦਾ ਕੋਈ ਹੱਲ ਨਹੀਂ ਹੈਗਾ ਜੀ। ਫਸਲ ਠੀਕ ਹੈ ਇਸ ਵਾਰੀ? ਫਸਲ ਇਸ ਵਾਰ ਬਹੁਤ ਅੱਛੀ ਆ, ਮਤਲਬ ਮੌਸਮ ਦੇ ਹਿਸਾਬ ਨਾਲ ਬਹੁਤ ਵਧੀਆ ਰਹੀ ਆ। ਏਰੀਆ ਕਿਹੜਾ ਤੁਹਾਡਾ? ਸਾਡਾ ਏਰੀਆ ਪਾਤਣਾ ਤਹਿਸੀਲ ਆ, ਵਿਲੇਜ ਸਾਗਰਾ। ਤੇ ਉਹ ਜਿਹੜਾ ਚਾਈਨਾ ਵਾਇਰਸ ਕਹਿੰਦੇ ਉਹਦਾ ਕੋਈ ਬਹੁਤਾ ਅਸਰ ਤਾਂ ਨਹੀਂ ਤੁਹਾਡੇ? ਜੀ ਇਹ ਤਾਂ ਨਾ ਨਵੀਆਂ ਵੈਰਾਈਟੀਆਂ ਦੇ ਬਹੁਤ ਜ਼ਿਆਦਾ ਅਸਰ ਹੈ। ਜਿਹੜੀਆਂ ਕੁਝ ਗੇਤੀਆਂ ਫਸਲਾਂ ਲਾਈਆਂ ਨੇ ਉਹਨਾਂ ਤੇ ਕਾਫੀ ਜ਼ਿਆਦਾ, ਜਿਹੜੀਆਂ ਕਿ 25 ਜਾਂ 30 ਤਰੀਕ ਤੋਂ ਪਹਿਲਾਂ ਦੇ ਲੱਗੀਆਂ ਉਹਨਾਂ ਤੇ ਅਸਰ ਇਹਦਾ ਜ਼ਿਆਦਾ ਦਿਖਿਆ ਜੀ। ਤੇ ਜਿਹੜੀਆਂ ਪਛੇਤੀਆਂ ਵੈਰਾਈਟੀਆਂ ਲਾਈਆਂ ਨੇ ਉਹਨਾਂ 'ਤੇ ਥੋੜ੍ਹਾ ਜਿਹਾ ਅਸਰ ਘੱਟ ਹੈ ਜੀ। ਉਹਨਾਂ 'ਚ ਵੀ ਹੈ ਕੋਈ ਟਾਵਾਂ ਪੇਡਾ, ਕੋਈ ਖਾਸ ਜ਼ਿਆਦਾ ਮਤਲਬ ਨਹੀਂ ਆਪਾਂ ਕਹਿ ਸਕਦੇ ਉਹਨੂੰ। ਤੇ ਜਿਹੜੀਆਂ ਆਪਣੇ ਨਵਾਂ ਵੀ ਹੈ 131, ਉਹਦੇ ਵਿੱਚ ਸਭ ਤੋਂ ਜ਼ਿਆਦਾ ਵਾਇਰਸ ਦਿਖਾਈ ਦਿੱਤਾ ਜੀ। ਅਸਲ 'ਚ ਨਾ ਵੱਖੋ-ਵੱਖ ਏਰੀਏ ਦੇ ਹਿਸਾਬ ਨਾਲ ਵੇਰੀ ਕਰਦਾ। ਕਿਸੇ ਪਾਸੇ ਜਿਹੜਾ ਆ ਉਹ ਪੁਰਾਣੇ ਬੀਜਾਂ ਨੂੰ ਇਸ ਵਾਇਰਸ ਨੇ ਬਹੁਤ ਲਪੇਟੇ ਦੇ ਵਿੱਚ ਲਿਆ। ਖੈਰ ਅੱਗੇ ਚੱਲਦੇ ਆ। ਇਸ ਪਾਸੇ ਜਿਹੜੇ ਆ ਸੁਪਰ ਸੀਡਰਾਂ ਦੇ ਸਟਾਲ ਤੁਸੀਂ ਦੇਖੇ ਨੇ, ਤੂੜੀ ਵਾਲੇ ਰੀਪਰ, ਇਹਨਾਂ ਦੀ ਵੀ ਡਿਮਾਂਡ ਜਿਹੜੀ ਆ ਹਰ ਸਾਲ ਆਪਾਂ ਕਹੀਏ ਤਾਂ ਵੱਧਦੀ ਹੋਆ। ਤੇ ਇਸ ਵਾਰ ਤਾਂ ਤੂੜੀ ਦੇ ਭਾਅ ਜਿਹੜੇ ਨੇ ਉਹ ਅਸਮਾਨਾਂ ਨੂੰ ਲੱਗੇ ਹੋਏ ਨੇ, ਤਾਂ ਸੁਭਾਵਿਕ ਆ ਵੀ ਮਸ਼ੀਨਾਂ ਵੀ ਵੱਧ ਸਕਦੀਆਂ ਨੇ, ਭਾਅ ਵੀ ਵੱਧ ਸਕਦਾ, ਤੇ
ਕਿਸਾਨਾਂ ਦਾ ਜਿਹੜਾ ਰੁਝਾਨ ਹੈ ਰੀਪਰ ਲੈਣ ਵਾਲੇ ਪਾਸੇ, ਅਗਲਾ ਕਹਿੰਦਾ ਵੀ ਕਿਰਾਇਆ ਇੰਨਾ ਬਣ ਜਾਂਦਾ ਮੈਂ ਆਪਣੇ ਹੀ ਲੈ ਲਵਾਂ। ਸੋ ਇਹ ਵੀ ਜਿਹੜਾ ਇੱਕ ਅਜਿਹਾ ਸੰਦ ਹੈ ਜਿਹਦੇ ਬਿਨਾ ਨਹੀਂ ਗੁਜ਼ਾਰਾ, ਭਾਵੇਂ ਕਿਰਾਏ ਤੇ ਕਰਾਈਏ ਕੰਮ, ਭਾਵੇਂ ਤੁਸੀਂ ਆਪਣਾ ਲੈ ਕੇ ਕਰੋ। ਸੋ ਹੋਰ ਜਿਹੜੇ ਆ ਇਸ ਪਿਛਲੇ ਪਾਸੇ ਆਪਾਂ ਜਿਹੜੀਆਂ ਸਟਾਲਾਂ ਨੇ ਉਹਨਾਂ ਵੱਲ ਵੀ ਜਿਹੜਾ ਆ ਝਾਤ ਨਜ਼ਰ ਜ਼ਰੂਰ ਮਾਰ ਕੇ ਆਉਂਦੇ ਆ। ਪਿਛਲੇ ਮਹੀਨਿਆਂ ਦੀ ਗੱਲ ਕਰੀਏ ਨਾ ਤਾਂ ਪੰਜਾਬ ਦਾ ਕਿਸਾਨ ਜਿਹੜਾ ਆ ਉਹ ਬਹੁਤ ਨੁਕਸਾਨ ਝੱਲ ਰਿਹਾ। ਉਹਦੇ ਵਿੱਚ ਇੱਕ ਵੱਡਾ ਨੁਕਸਾਨ ਜਿਹੜਾ ਪਸ਼ੂਆਂ ਦਾ ਪਿਛਲੇ ਸਮੇਂ ਦੇ ਵਿੱਚ ਹੁੰਦਾ। ਇੱਕ ਸਟਾਲ ਜਿਹੜੀ ਹੈ ਇੱਧਰ ਪਸ਼ੂਆਂ ਦੇ ਇਲਾਜ ਦੇ ਬਾਰੇ ਲਿਖਿਆ ਗਿਆ ਹੈ। ਸੋ ਇੱਥੇ ਜਾਣਕਾਰੀ ਜਿਹੜੀ ਆ ਉਹ ਜ਼ਰੂਰ ਲੈਣ ਦੀ ਕੋਸ਼ਿਸ਼ ਕਰਾਂਗੇ। ਲੰਪੀ ਸਕਿਨ ਹੋਵੇ ਚਾਹੇ ਹੋਰ ਬਿਮਾਰੀਆਂ ਹੋਣ, ਡੰਗਰਾਂ ਦਾ ਵੱਡੇ ਪੱਧਰ ਦੇ ਉੱਤੇ ਨੁਕਸਾਨ ਕੀਤਾ। ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਈ ਮੈਂ ਗੱਲ ਕਰ ਰਿਹਾ ਸੀਗਾ ਕਿ ਪਿਛਲੇ ਮਹੀਨਿਆਂ ਦੇ ਵਿੱਚ ਕਿਸਾਨ ਨੇ ਜਿਹੜਾ ਆ ਉਹ ਨੁਕਸਾਨ ਹੀ ਝੱਲਿਆ, ਚਾਹੇ ਫਸਲ ਨੂੰ ਵਾਇਰਸ ਆਇਆ ਹੋਵੇ, ਜੀ ਪਸ਼ੂਆਂ ਨੂੰ ਬਿਮਾਰੀਆਂ ਆਈਆਂ ਹੋਣ। ਹਾਂਜੀ ਹਾਂਜੀ। ਤੁਹਾਡਾ ਸਟਾਲ ਦੇਖ ਕੇ ਮੈਂ ਇਸ ਕਰਕੇ ਆਇਆ ਕਿਉਂਕਿ ਪਸ਼ੂਆਂ ਦੀ ਗੱਲ ਆਪਾਂ ਜ਼ਰੂਰ ਕਰਨੀ ਹੈ ਵੀ ਕੀ ਕਾਰਨ ਨੇ। ਹਰ ਬੰਦਾ ਆਪੋ ਆਪਣਾ ਨਿਚੋੜ ਕੱਢਦਾ। ਕੋਈ ਕਹਿੰਦਾ ਜੀ ਅਚਾਰ ਪਾਉਂਦੇ ਆ ਤਾਂ ਬਿਮਾਰੀ ਆ ਗਈ, ਕੋਈ ਕਹਿੰਦਾ ਫਲਾਣੇ ਤਰੀਕੇ, ਕੋਈ ਡਟੋਲ ਲਾਓ ਤਾਂ ਜਾਊਗੀ। ਮਤਲਬ ਇਹ ਕੀ ਸੀ, ਇਹ ਦੌਰ ਕੀ ਸੀਗਾ, ਇੰਨਾ ਵੱਡਾ ਨੁਕਸਾਨ ਹੋਇਆ? ਕੁਦਰਤੀ ਬਿਮਾਰੀ ਆਈ ਹੈ ਜੀ ਇਹ, ਕੋਈ ਚਾਰ ਚੂਰ ਨਾਲ ਕੋਈ ਇਹਦਾ ਸੰਬੰਧ ਨਹੀਂ ਰਿਹਾ ਜੀ। ਕਿਉਂਕਿ ਜੇ ਚਾਰ ਪਾਉਂਦੇ ਆਪਾਂ, ਜਿਹੜੇ ਅਵਾਰਾ ਪਸ਼ੂ ਨੇ ਉਹਨਾਂ ਨੂੰ ਕਿਹੜਾ ਆਪਾਂ ਚਾਰ ਪਾਉਂਦੇ ਜੀ, ਉਹਨਾਂ ਦੇ ਵਿੱਚ ਵੀ ਆਈ ਹੈ। ਹਰੇਕ ਡੰਗਰ ਦੇ ਵਿੱਚ ਆਈ ਹੈਗੀ, ਜਿਹਦੇ ਵਾਸਤੇ ਅਸੀਂ ਇੱਕ LSD ਤਿਆਰ ਕੀਤੀ ਸੀਗੀ। ਇਹ ਦਵਾਈ ਹੈ ਸਾਡੀ, ਇਹ ਅਸੀਂ ਤਿਆਰ ਕੀਤੀ ਜੀ। ਪਰ ਲੋਕਾਂ ਨੇ ਉਸ ਟਾਈਮ ਇਹਦਾ ਫਾਇਦਾ ਵੀ ਬਹੁਤ ਉਠਾਇਆ ਜੀ, ਬਹੁਤ ਕੰਪਨੀਆਂ ਨੇ। ਹੁਣ ਇਹਦਾ ਰੇਟ ਸੀ ਜਿਹੜਾ ਜੀ, ਕਈ ਕੰਪਨੀਆਂ ਨੇ 1000 ਰੁਪਇਆ ਰੱਖਿਆ ਹੋਇਆ ਸੀਗਾ ਜੀ। ਅਸੀਂ ਇਹਦਾ ਰੇਟ ਰੱਖਿਆ ਜੀ 3 ਸ਼ੀਸ਼ੇ ਸਾਡੇ, ਅਸੀਂ ਇਹਦਾ 360 ਰੁਪਏ ਪ੍ਰਿੰਟ ਰੱਖਿਆ ਜੀ। ਇਹਦੇ ਪੂਰਾ ਕੋਰਸ ਇੱਕ ਇਹਦੇ ਕੋਰਸ ਹੈ ਜੀ, 3 ਸ਼ੀਸ਼ਿਆਂ ਨੇ। ਇਹ ਵਿੱਚ LSD ਆ ਗਈ ਜੀ, ਆਪਣੀ ਜਿਹੜੀ ਬਿਮਾਰੀ ਉਹਨੂੰ ਠੀਕ ਕਰਦੀ ਸੀ, ਬੁਖਾਰ ਨੂੰ ਠੀਕ ਕਰਦੀ ਸੀ ਜੀ, ਤੇ ਜਿਹੜੀ ਉਹਦੇ ਵਿੱਚ ਆਪਣਾ ਵਾਇਰਸ ਵਗੈਰਾ ਸੀ ਉਹ ਸਾਰੇ ਕਿਸੇ ਨੂੰ ਸੈੱਟ ਕਰਦੀ ਸੀ। ਵੀ ਪੁੱਛਣਾ ਸੀਗਾ ਵੀ ਜਿਵੇਂ ਆਪਾਂ ਕਹਿੰਦੇ ਨਾ ਕਿ ਵਾਇਰਸ ਤਾਂ ਕੁਦਰਤੀ ਆ ਗਿਆ, ਫਿਰ ਇੱਕ ਹੁੰਦਾ ਵੀ ਇਲਾਜ ਲੱਭਣ ਵਾਸਤੇ ਵੀ ਸਾਨੂੰ ਬਿਮਾਰੀ ਦਾ ਪਤਾ ਹੋਣਾ ਚਾਹੀਦਾ। ਵੀ ਫਿਰ ਤੁਸੀਂ ਕਿਹੜੇ ਆਧਾਰ ਤੇ ਤੁਸੀਂ ਕੀ ਸਮਝਿਆ ਵੀ ਕਿਹੜੀ ਚੀਜ਼ਾਂ ਨਾਲ ਹੱਲ ਹੋ ਸਕਦਾ? ਅਸੀਂ ਲੇਟ ਹੋ ਗਏ ਵੀਰੇ ਇਸ ਬਣਾਉਣ ਵਾਸਤੇ ਇਹਨੂੰ। ਇਹ ਜਦੋਂ ਬਿਮਾਰੀ ਆਈ ਅਸੀਂ ਇਸ ਤੋਂ ਬਾਅਦ ਇਹਦੀ ਉਹ ਖੋਜ ਕਰਕੇ ਫਿਰ ਇਹਦਾ ਅਸੀਂ ਰਿਜ਼ਲਟ ਲਿੱਤਾ। ਇਸ ਕਰਕੇ ਅਸੀਂ ਲੇਟ ਹੋ ਗਏ ਐਤਕੀ। ਜਦੋਂ ਅਸੀਂ ਲੇਟ ਹੋ ਕੇ ਫਿਰ ਵੀ ਬਣਾਈ, ਅਸੀਂ ਕਿਸਾਨਾਂ ਦਾ ਧਿਆਨ 'ਚ ਰੱਖ ਕੇ ਉਹ ਸਾਡੀ ਇਹ ਜਿਹੜੀ ਇੱਕ ਸ਼ੀਸ਼ੀ ਪੈਂਦੀ ਹੈ 130 ਰੁਪਏ ਦੀ ਪੈਂਦੀ ਹੈ ਜੀ। ਅਸੀਂ ਇਹਦਾ ਰੇਟ 120 ਰੱਖਿਆ ਜੀ, ਉਹਦੇ ਨੂੰ ਵੀ ਘਟਾ ਕੇ ਰੱਖਿਆ ਵੀ ਕਿਉਂਕਿ ਕਿਸੇ ਵੀ ਆਪਣੇ ਕਿਸਾਨ ਵੀਰ ਨੇ ਜਿਹੜੇ ਜੀ ਵੀ ਉਹਨਾਂ ਨੂੰ ਕੋਈ ਨੁਕਸਾਨ ਨਾ ਹੋਵੇ। ਕੀ ਲੱਗਦਾ ਵੀ ਮਤਲਬ ਕਿਸਾਨਾਂ ਨੂੰ ਕੀ ਇਹੋ ਜਿਹਾ ਕਰਨਾ ਚਾਹੀਦਾ ਵੀ ਡਾਕਟਰਾਂ ਦੀ ਲੋੜ ਹੈ ਨਾ ਪਵੇ ਯਾਰ, ਦਵਾਈਆਂ ਦੀ? ਮਤਲਬ ਕੀ ਸਾਡੇ ਪੱਠਿਆਂ ਦੇ ਵਿੱਚ ਦਿੱਕਤ ਆ ਗਈ, ਪਸ਼ੂਆਂ ਨੂੰ ਸਾਂਭਣ ਦੇ ਵਿੱਚ ਕੋਈ ਹੈ ਨਾ ਤਰੀਕਾ ਜਿਹੜਾ ਆ ਉਹ ਗਲਤ ਅਪਣਾਉਣ ਲੱਗ ਜਿਹੜੇ ਹੁਣ ਆਪਾਂ ਫਸਲਾਂ ਦੇ ਵਿੱਚ ਰੇਹ ਪਾਉਣੇ ਆ ਜੀ, ਫਸਲਾਂ ਦੇ ਵਿੱਚ ਦਵਾਈਆਂ ਪਾਉਣੇ ਆ। ਪਹਿਲਾਂ ਆਪਣੇ ਦੇਸੀ ਰੇਹ ਹੁੰਦੇ ਸੀ ਜੀ, ਕੋਈ ਬਿਮਾਰੀ ਨਹੀਂ ਲੱਗਦੀ, ਰੂੜੀ ਵਾਲਾ ਰੇਹ ਪਾ ਕੇ ਆਪਾਂ ਡੰਗਰਾਂ ਨੂੰ ਉਹ ਕਰ ਦਿੰਦੇ ਸੀਗੇ। ਹੁਣ ਇਸ ਟਾਈਮ ਆਪਾਂ ਕਰਦੇ ਹਾਂ ਵੱਧ ਤੋਂ ਵੱਧ ਉਹ ਦੁੱਧ ਲੈਣ ਲਈ ਵਿੱਚ ਰੇਹ ਪਾਈ ਜਾਂਦੇ ਆ ਜੀ, ਵਿੱਚ ਕੁਝ ਪਾਈ ਜਾਂਦੇ ਆ। ਹੁਣ ਜਿਹੜਾ ਆਪਾਂ ਇਹ ਚਾਰ ਬਣਾਉਣੇ, ਚਾਰ ਦੇ ਵਿੱਚ ਕਿੰਨਾ ਕੁਝ ਪੈਂਦਾ ਜੀ, ਉਹ ਨੁਕਸਾਨ ਤਾਂ ਕਰੂਗੀ ਜੀ ਕਿਸੇ ਡੰਗਰ ਨੂੰ। ਇਹਨਾਂ ਚੀਜ਼ਾਂ ਤੋਂ ਆਪਾਂ ਨੂੰ ਬਚਤ ਰੱਖਣੀ ਚਾਹੀਦੀ ਸੀ। ਬਿਲਕੁਲ। ਦੇਖੋ ਐਦਾਂ ਹੈ ਨਾ ਵੀ ਹੁਣ ਉਹੀ ਗੱਲ ਆ ਗਈ ਕਿ ਸਾਡੇ ਕੋਲੇ ਖੇਤੀ ਦਾ ਰਕਬਾ ਘਟੀ ਜਾਂਦਾ, ਦੁੱਧਾਂ ਦੇ ਰੇਟ ਘਟੀ ਜਾਂਦੇ ਨੇ। ਫਿਰ ਮਸਲਾ ਕੀ ਹੁੰਦਾ ਕਿ ਸਾਨੂੰ ਕੁਆਂਟੀਟੀ ਵਧਾਉਣ ਦਾ ਜਿਹੜਾ ਆ ਉਹ ਲੱਗਦਾ ਕਿ ਅਸੀਂ ਕੁਆਂਟੀਟੀ ਵਧਾਈਏ ਤਾਂ ਹੀ ਸਾਡਾ ਜਿਹੜਾ ਘਰ ਆ ਉਹ ਪੂਰਾ ਹੋਊਗਾ। ਸੋ ਇਸ ਪਾਸੇ ਮਸ਼ੀਨਾਂ ਨੇ, ਸਬਜ਼ੀ ਕੱਟਣ ਵਾਲੀਆਂ, ਛਿੱਲਣ ਵਾਲੀਆਂ, ਹਰ ਤਰ੍ਹਾਂ ਦਾ ਜਿਹੜਾ ਆ ਬੰਦਾ ਰੁਜ਼ਗਾਰ ਕਰਦਾ, ਉਹ ਇੱਥੇ ਕੋਸ਼ਿਸ਼ ਕਰਦਾ ਕਿ ਮੈਂ ਆਪਣੀ ਸਟਾਲ ਜਿਹੜੀ ਆ ਉਹ ਜ਼ਰੂਰ ਲਾਵਾਂ, ਜਿਹਦੇ ਨਾਲ ਲੋਕਾਂ ਤੱਕ ਪ੍ਰਚਾਰ ਹੁੰਦਾ, ਅਗਲਾ ਆਪਣੀ ਗੱਲ ਦੱਸਣ ਦੇ ਵਿੱਚ ਕਾਮਯਾਬ ਹੁੰਦਾ। ਇਫਕੋ ਇੱਕ ਬਹੁਤ ਅਜਿਹਾ ਨਾਂ ਹੈ ਜਿਹੜਾ ਕਿਸਾਨਾਂ ਦੇ ਵਿੱਚ ਪ੍ਰਚਲਿਤ ਆ, ਖਾਸ ਕਰਕੇ ਜਿਹੜੀਆਂ ਕੋਆਪਰੇਟਿਵ ਸੁਸਾਇਟੀਆਂ ਨੇ ਉਹਨਾਂ ਦੇ ਵਿੱਚ ਇਫਕੋ ਦੇ ਪ੍ਰੋਡਕਟ ਜਿਹੜੇ ਨੇ ਉਹ ਵੇਚੇ ਜਾਂਦੇ ਨੇ। ਕਿਹਾ ਜਾਂਦਾ ਕਿ ਇਫਕੋ ਦਾ ਜਿਹੜਾ ਸਮਾਨ ਹੈ ਬਾਕੀਆਂ ਨਾਲੋਂ ਕੁਝ ਸਸਤਾ ਵੀ ਆਪਾਂ ਕਹਿ ਸਕਦੇ ਹਾਂ ਹੁੰਦਾ ਆ, ਤੇ ਲੋਕ ਭਰੋਸਾ ਕਰਦੇ ਨੇ। ਭਰੋਸਾ ਇਸ ਕਰਕੇ ਕਰਦੇ ਨੇ ਕਿਉਂਕਿ ਕੋਆਪਰੇਟਿਵ ਸੁਸਾਇਟੀਆਂ ਦੇ ਵਿੱਚ ਇਸ ਨੂੰ ਵਰਤਿਆ ਜਾਂਦਾ। ਇਫਕੋ ਨੇ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਨਾ ਤਾਂ ਨੈਨੋ ਯੂਰੀਆ ਇਫਕੋ ਦਾ ਆਉਣ ਲੱਗਿਆ ਸੀ। ਹਾਂਜੀ ਜੀ। ਬਾਈ ਜੀ ਇਹ ਨੈਨੋ ਯੂਰੀਆ ਦੇ ਬਾਰੇ ਥੋੜੀ ਜਾਣਕਾਰੀ ਦਿਓ। ਨੈਨੋ ਯੂਰੀਆ ਦੂਜੇ ਯੂਰੀਆ ਨਾਲੋਂ, ਜਿਵੇਂ ਆਪਾਂ ਗੱਲ ਕਰੀਏ ਦੂਜਾ ਯੂਰੀਆ ਛਿੱਟਾ ਮਾਰਦੇ ਆ ਤਾਂ ਉਹ 7 ਤੋਂ 8 ਦਿਨ ਦਾ ਉਹਦਾ ਅਸਰ ਹੈ। ਜੇ ਆਪਾਂ ਗੱਲ ਕਰੀਏ ਇਹਦਾ 25 ਦਿਨ ਦਾ ਅਸਰ ਹੈ। 25 ਦਿਨ ਬੂਟੇ ਦੀ ਅਵੇਲੇਬਿਲਟੀ ਰਹਿੰਦੀ ਹੈ ਇਹਦੀ। ਨੰਬਰ 2 ਤੇ ਜਿਹੜਾ ਆਪਾਂ ਜਿੱਦਾਂ ਦੂਜਾ ਯੂਰੀਆ ਪਾ ਲੈਂਦੇ ਆ ਉਹਦੇ ਨਾਲ ਅਦਰ ਬਿਮਾਰੀਆਂ ਆਉਣ ਦੀ, ਜਿਵੇਂ ਹੁਣ ਝੋਨੇ ਦੇ ਵਿੱਚ ਲਾਸਟ ਯੂਰੀਏ ਪਏ ਨੇ ਜਿਹੜੇ, ਜੇ ਯੂਰੀਏ ਦੀ ਗੱਲ ਕਰੀਏ ਜਿੱਥੇ ਲਾਸਟ ਯੂਰੀਏ ਲੇਟ ਪਏ ਨੇ ਉੱਥੇ ਸੁੰਡੀ ਦਾ ਅਟੈਕ ਵੀ ਸਭ ਤੋਂ ਜ਼ਿਆਦਾ ਹੈ ਜੀ, ਫੰਗਸ ਵੀ ਜ਼ਿਆਦਾ ਹੈ ਤੇ ਤੇਲੇ ਦਾ ਅਟੈਕ ਵੀ ਬਹੁਤ ਜ਼ਿਆਦਾ ਜੀ। ਜਿੱਥੇ ਇਹਦੀ ਜ਼ਿਆਦਾ ਜਿਹੜੇ ਫਾਰਮਰ ਨੇ ਇਹਦੀ ਸਪਰੇਅ ਕਰੀ ਹੋਈ ਹੈ ਜੀ,
ਉੱਥੇ ਨਾ ਤਾਂ ਕੋਈ ਉੱਲੀ ਦੀ ਪ੍ਰੋਬਲਮ ਆ, ਨਾ ਤੇਲੇ ਦੀ, ਨਾ ਸੁੰਡੀ ਦੀ। ਅੱਛਾ ਇੱਕ ਦੱਸੋ ਵੀ ਅਗਲਾ ਕਹਿੰਦਾ ਵੀ ਯਾਰ ਮੈਂ ਕੋਈ ਮੇਰੇ ਫਲਾਣੇ ਬੀਜ 'ਚ 3 ਥੈਲੇ ਪੈਂਦੇ ਨੇ ਯੂਰੀਆ ਦੇ, ਕਿਸੇ 'ਚ 2.5 ਪੈਂਦੇ ਨੇ, ਕਿਸੇ 'ਚ ਕੋਈ 4 ਵੀ ਪਾਉਂਦਾ। ਫਿਰ ਇਹਨੂੰ ਥੈਲੇ ਦੇ ਨਾਲ ਇਹਦੀ ਜਦੋਂ ਆਪਾਂ ਕੰਪੇਅਰ ਕਰਦੇ ਹਾਂ ਤਾਂ ਇੱਕ ਥੈਲਾ ਯੂਰੀਆ ਪਾਉਣਾ ਆ ਤਾਂ ਉੱਥੇ ਸਪਰੇਅ ਕਿੰਨੀ ਕਰਨੀ ਪਊਗੀ? ਉਹਦੇ ਤੋਂ ਅੱਧਾ ਲੀਟਰ ਦੀ ਸਪਰੇਅ ਕਰਨੀ ਹੈ ਜੀ 1 ਏਕੜ ਦੀ। ਹਾਂਜੀ, ਜਿਹੜਾ ਆਪਾਂ ਦੂਜਾ ਯੂਰੀਆ ਪਾਉਂਦੇ ਆ ਉਹ ਆਪਾਂ 8 ਤੋਂ 10 ਦਿਨ ਬਾਅਦ ਰਿਪੀਟ ਕਰਦੇ ਆ। ਘੱਟੋ ਘੱਟ ਉਹਦੀ ਅਵੇਲੇਬਿਲਿਟੀ 8 ਦਿਨ ਦੀ ਰਹਿੰਦੀ ਆ, ਉਸ ਤੋਂ ਬਾਅਦ ਰਿਪੀਟ ਕਰਨਾ ਪੈਂਦਾ। ਇਹ ਜੀ ਆਪਾਂ ਨੂੰ 20-25 ਦਿਨ ਦੀ ਅਵੇਲੇਬਿਲਿਟੀ ਰਹੂਗੀ ਬੂਟੇ ਦੇ ਵਿੱਚ। ਆਪਾਂ 20 ਦਿਨ ਬਾਅਦ ਜਾਂ 25 ਦਿਨ ਬਾਅਦ ਇਹਨੂੰ ਰਿਪੀਟ ਕਰ ਸਕਦੇ ਹਾਂ ਜੀ। ਤੇ ਬੜੇ ਬੜੇ ਲੋਕ ਕਹਿੰਦੇ ਨੇ ਕਿ ਅਸੀਂ ਕਣਕਾਂ ਦੇ ਵਿੱਚ ਵਰਤ ਕੇ ਦੇਖਿਆ, ਰਿਜ਼ਲਟ ਨਹੀਂ ਮਿਲਿਆ, ਕੀ ਕਾਰਨ ਕੀ ਹੋਊਗਾ? ਇਹਦਾ ਪ੍ਰੋਬਲਮ ਇਹੀ ਆ, ਜਿਹੜਾ ਬੰਦਾ ਤਾਂ ਇਹਦਾ ਕਲਰ ਤੇ ਜਾਊਗਾ ਦੂਸਰੇ ਯੂਰੀਆ ਦੇ ਮੁਕਾਬਲੇ ਇਹਦਾ ਕਲਰ ਦੇਖੂਗਾ ਵੀ ਕਲਰ ਆਪਾਂ ਨੂੰ ਗ੍ਰੀਨਰੀ ਚਾਹੀਦੀ। ਫਸਲ ਕਾਲੀ ਜਦੋਂ ਆਪਾਂ ਜਦੋਂ ਅੱਜ ਯੂਰੀਆ ਪਾਇਆ ਤਾਂ 3-4 ਦਿਨ ਬਾਅਦ ਉਹ ਕਲਰ ਚੇਂਜ ਕਰ ਦਿੰਦਾ ਦੂਜਾ ਜਿਹੜਾ ਚਿੱਟੇ ਵਾਲਾ ਯੂਰੀਆ ਜੀ। ਤੇ ਉਹ ਜਦੋਂ 3-4 ਦਿਨ ਬਾਅਦ ਹਰਾ ਕਰ ਦਿੰਦਾ। ਇਹ ਜਿਹੜਾ ਇਹ ਨੈਚੁਰਲ ਕਲਰ ਰੱਖੂਗਾ, ਇਹਨੇ ਕਲਰ ਨਹੀਂ ਚੇਂਜ ਕਰਨਾ। ਉਹ ਜਿਹੜਾ ਦੂਜਾ ਯੂਰੀਆ ਉਹ ਜਿਵੇਂ ਕਿਸੇ ਵੀ ਕ੍ਰੌਪ ਨੂੰ ਕੱਚੀ ਕਰ ਦਿੰਦਾ ਜਦੋਂ 7-8 ਦਿਨ। ਉਹ ਜਦੋਂ ਕੱਚੀ ਰਹਿੰਦੀ ਹੈ, ਕੱਚੀ ਫਸਲ ਦੇ ਉੱਪਰ ਕਿਸੇ ਵੀ ਪੈਸਟ ਦਾ ਅਟੈਕ ਬੜੀ ਜਲਦੀ ਆਉਂਦਾ, ਡਿਜ਼ੀਜ਼ ਬੜੀ ਜਲਦੀ ਆਉਂਦੀ ਹੈ। ਜਿਵੇਂ ਆਪਾਂ ਕੋਈ ਉੱਲੀ ਕਹਿ ਦਿੰਦੇ ਆ, ਉਹ ਬਹੁਤ ਜਲਦੀ ਆਉਂਦੀ ਆ। ਇਹਦੇ ਨਾ ਸਾਡੇ ਲੋਕਾਂ ਨੂੰ ਵਾਕਈ ਬਾਈ ਜੀ ਉਹਨਾਂ ਦੀ ਮੈਂ ਗੱਲ ਹੈ ਜਿਹੜੀ ਆ ਉਹ ਹੋਰ ਉਹਨੂੰ ਦੱਸਦਾ ਆ ਵੀ ਸਾਡੇ ਲੋਕ ਇਹੀ ਕਹਿੰਦੇ ਨੇ ਕਿ ਬਾਈ 10 ਦਾ ਯੂਰੀਆ ਪਾਇਆ ਹੋਇਆ, ਤੀਜੇ ਦਿਨ ਮੇਰੀ ਫਸਲ ਦਾ ਰੰਗ ਬਦਲਤਾ ਜੀ। ਇਹ ਵੀਰ ਜੀ ਉਹ ਚੀਜ਼ ਦੱਸਦਾ ਨਹੀਂ ਹੈਗਾ। ਇਹ ਜੇ ਇਹਦਾ ਮੇਨ ਤਜਰਬਾ ਤੁਹਾਨੂੰ ਮੈਂ ਦੱਸ ਦਿੰਦਾ। ਜਿਹੜਾ ਬੰਦਾ ਤਾਂ ਕਲਰ ਤੇ ਜਾਊਗਾ ਉਹ ਤਾਂ ਕਹੂਗਾ ਜੀ ਇਹਦਾ ਕੁਝ ਨਹੀਂ ਕਰਦਾ ਜੀ, ਮੈਂ ਪਿਛਲੇ ਸਾਲ ਵੀ ਪਾਇਆ ਸੀ। ਇਹਦਾ ਮੇਨ ਤਜਰਬਾ ਮੈਂ ਤੁਹਾਨੂੰ ਦੱਸ ਦਿੰਦਾ ਜੀ। ਜੇ ਕਿਸੇ ਬੰਦੇ ਨੇ ਤਜਰਬਾ ਕਰਕੇ ਦੇਖਣਾ ਜੀ ਇਹਨੂੰ ਜਿਹੜਾ ਆਪਾਂ ਦੂਸਰਾ ਯੂਰੀਆ ਪਾਇਆ ਵਾ, ਜਿਸ ਬੰਦੇ ਨੇ 3 ਕੰਪਲੀਟ ਕਰ ਲਏ, 3 ਜਾਂ 4 ਜਿੱਦਾਂ ਵੀ ਉਹ ਡੋਜ਼ ਪਾਉਂਦਾ, ਉਹਦਾ ਪਲਾਂਟ ਪੱਟ ਲੈ ਇੱਕ ਜਿੱਥੇ ਇਹਦੀਆਂ ਆਪਣੀਆਂ 25 ਦਿਨ ਸਪਰੇਅ ਹੋਈ ਵੀ ਹੋ ਗਏ ਹੋਣਗੇ, ਜਿੱਥੇ ਇਹਦੀ ਡੋਜ਼ ਕੰਪਲੀਟ ਹੋਊਗੀ ਇਹਦਾ ਬੂਝਾ ਪੱਟ ਲੇ, ਇੱਕ ਪਲਾਂਟ ਪੱਟ ਲੇ, ਉਹਦਾ ਨਾੜ ਮਿਲਾ ਕੇ ਦੇਖ ਲੇ, ਉਹਦਾ ਪੱਤਾ ਮਿਲਾ ਕੇ ਦੇਖ ਲੇ, ਤੇ ਉਹਨੂੰ ਅੱਧਾ ਘੰਟਾ ਕਿਤੇ ਆਪਾਂ ਰੱਖ ਕੇ ਦੇਖ ਲਓ ਦੋਨੇ ਪਲਾਂਟਾਂ ਨੂੰ। ਜਿਹੜਾ ਸਭ ਤੋਂ ਪਹਿਲਾਂ ਮੁਰਝਾਊਗਾ ਉਹਦੇ ਤੋਂ ਪਤਾ ਲੱਗ ਜਾਊਗਾ ਵੀ ਕਿਹੜੀ ਚੀਜ਼ ਕੰਮ ਵੱਧ ਕਰ ਰਹੀ ਹੈ, ਕਿਹੜੀ ਘੱਟ ਕਰ ਰਹੀ ਹੈ ਜੀ। ਅਸਲ 'ਚ ਨਾ ਤਜਰਬੇ ਕਰਨੇ ਚਾਹੀਦੇ ਨੇ। ਬਾਈ ਉਹਨਾਂ ਨੇ ਕਿਹਾ, ਮੈਂ ਨਹੀਂ ਕਹਿੰਦਾ ਤੁਸੀਂ ਸਾਰੀ ਗੱਲ ਸੱਚ ਮੰਨ ਲਓ, ਪਰ ਜਿਵੇਂ ਉਹ ਕਹਿੰਦੇ ਨੇ ਅੱਧੀ ਕਨਾਲ 2 ਕਨਾਲ ਅੱਧਾ ਕਿੱਲਾ, ਇਹੋ ਜਿਹਾ ਜਦੋਂ ਤੁਸੀਂ ਵਰਤ ਕੇ ਦੇਖੋਗੇ, ਫਿਰ ਉਹਨੂੰ ਪ੍ਰੈਕਟੀਕਲ ਕਰੋਗੇ, ਫਿਰ ਸਹੀ ਗਲਤ ਦਾ ਜਿਹੜਾ ਫੈਸਲਾ ਉਹ ਤੁਸੀਂ ਆਪ ਕਰ ਸਕਦੇ ਹੋ। ਸੋ ਅੱਗੇ ਚੱਲਦੇ ਹਾਂ ਜੀ। ਹੋਰ ਆਪਾਂ ਜਿਹੜੀਆਂ ਸਟਾਲਾਂ ਆ ਉਹਨਾਂ ਦੇ ਬਾਰੇ ਵੀ ਜਿਹੜੀ ਜਾਣਕਾਰੀ ਲਵਾਂਗੇ। ਤੇ ਯੂਰੀਆ ਦਾ ਥੈਲਾ ਪਿਆ, ਇਹ ਉਹ ਚੀਜ਼ ਹੈ ਜਿਹੜੀ ਪਿਛਲੇ 2-3 ਸਾਲਾਂ ਦੇ ਵਿੱਚ ਬਹੁਤ ਲਕੀਰਾਂ ਕਢਾਉਂਦੀ ਹੈ ਕਿਸਾਨਾਂ ਦੀਆਂ। ਜਦੋਂ ਲੋੜ ਪੈਂਦੀ ਆ, ਜਦੋਂ ਕਣਕ ਦੇ ਵਿੱਚ ਜਿਹੜਾ ਯੂਰੀਆ ਪੈਣਾ, ਕਿਸਾਨ ਜਿਹੜੇ ਆ ਉਹਨਾਂ ਨੂੰ ਯੂਰੀਆ ਨਹੀਂ ਲੱਭਦਾ। ਫਿਰ ਬਹੁਤ ਕੁਝ ਜਿਹੜਾ ਇਹੋ ਜਿਹਾ ਆ ਉਹ ਨਾਲ ਵੀ ਜਿਹੜਾ ਆ ਥੋਪਿਆ ਜਾਂਦਾ। ਸੋ ਗੱਲਬਾਤ ਕਰਦੇ ਆ। ਇੱਥੇ ਪ੍ਰੋਪਰ ਕਿਸਾਨ ਵਾਲਿਆਂ ਦੀ ਜਿਹੜੀ ਸਟਾਲ ਜਿਹੜੀ ਆ ਉਹ ਲੱਗੀ ਆ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਗੱਲ ਕਰ ਰਿਹਾ ਸੀਗਾ, ਮੈਂ ਕਿਹਾ ਇਹ ਉਹ ਚੀਜ਼ ਆ ਜਿਹੜੀ ਪਿਛਲੇ 2 ਸਾਲਾਂ ਦੇ ਵਿੱਚ ਜਦੋਂ ਕਿਸਾਨ ਯੂਰੀਆ ਪਾ ਰਹੇ ਹੁੰਦੇ ਨੇ ਤਾਂ ਉਹਨਾਂ ਦੇ ਗੇੜੇ ਬਹੁਤ ਮਰਾਉਂਦੀ ਆ। ਕੀ ਕਾਰਨ ਆ ਵੀ ਹਰ ਵਾਰੀ ਕਹਿ ਰਹੇ ਯੂਰੀਆ ਦੀ ਸ਼ਾਰਟੇਜ ਆ ਜਾਂਦੀ ਆ? हाँ जी, हाँ जी। एक्चुअली बात ऐसी है सर कि शॉर्टेज पीछे कोरोना करके ते लड़ाइयाँ करके इंपोर्ट का यूरिया आ नहीं पाया। तो जो अपने फार्मर इंडिजिनस प्लांट्स हैं इंडिया में, तो उसमें लगभग 25% वो कम है यूरिया, मतलब तो वो इंपोर्ट का आंदा है बाहर से, तो बाहरों आ नहीं पाया वो यूरिया। तो 25% शॉर्टेज करके वो ज़्यादा मारो मारी रही। तो इस बार इंपोर्ट का भी आ रहा, तो अपने प्लांट भी दूजे और चले हैं, गोरखपुर है गया, बरौनी, संदरी, तो ये प्लांट भी चले। तो इस बार उम्मीद है कि शॉर्टेज नहीं रहनी चाहिए। ਇਨ ਕੇਸ ਸ਼ਾਰਟੇਜ ਚਲੋ ਕਿਸੇ ਚੀਜ਼ ਦੀ ਆ ਵੀ ਜਾਂਦੀ ਹੈ, ਖਾਸ ਕਰਕੇ ਯੂਰੀਆ ਦੀ, ਸਬਸਟੀਟਿਊਟ ਕੀ ਆ? ਤੁਸੀਂ ਕੀ ਰეკਮੈਂਡ ਕਰੋਗੇ ਵੀ ਉਸ ਟਾਈਮ ਕੀ ਕਰ ਲੈਣਾ ਚਾਹੀਦਾ? सब्सिट्यूट अब तो नैनो यूरिया आ गया है, अब मेनली इफ्को का आया है, आगे और भी कंपनियों का आना है। तो अब वो सब्सिट्यूट इसका फार्मर स्प्रे करने में थोड़ा घबराता है, ये स्प्रे होना है इसका, ये इसमें तो छिट्टा पहना है ना। तो बाकी सब्सिट्यूट ऑर्गेनिक यूज़ करो फर्टिलाइजर, है ना। ਇੱਕ ਗੱਲ ਹੋਰ ਹੈ, ਆ ਜਿਹੜਾ ਤੁਹਾਡੇ ਨਾਲ ਇਹਦੇ ਨਾਲ ਥੈਲਾ ਪਿਆ, ਲੋਕਾਂ ਦੀ ਸ਼ਿਕਾਇਤ ਆ ਵੀ ਦੁਕਾਨ ਵਾਲੇ ਸਾਨੂੰ ਯਾਰ ਨਾਲ ਆ ਬੜਾ ਚੁਕਾਉਂਦੇ ਨੇ, ਕਹਿੰਦੇ ਸਾਨੂੰ ਪਿੱਛੋਂ ਆਇਆ। ਕੀ ਵਾਕਈ ਦੇ ਵਿੱਚ ਪਿੱਛੋਂ ਨਾਲ ਪ੍ਰੋਡਕਟ ਆਉਂਦਾ? ये है, मैं बताता हूँ आपको। कंपनी है, उसके सारे प्रोडक्ट हैं। कंपनी ये कहती कि आप दूसरी कंपनी का साथ में दे रहे हो, मतलब लोकल प्राइवेट कंपनियां कोई भी हैं जो अदर कंपनीज, तो कहते हैं फार्मर को ज़रूरत तो सारी फर्टिलाइज़र की है, सारे न्यूट्रिएंट की, जिंक हो चाहे फास्फोरस हो, पीएस, सारे फर्टिलाइजर। तो कहते हैं ठीक है, जो आप अगर यूरिया दे रहे हो तो अगर किसी को ज़रूरत है, ज़बरदस्ती नहीं देना है, तो फिर अपना दो, दूसरी कंपनी का क्यों दो? जो मतलब अदर कंपनीज हैं जो सिर्फ यही बेच रही है, दीपक है या और लोकल कंपनीज हैं प्राइवेट। ਅਗਲਾ ਕਹਿੰਦਾ ਯਾਰ ਜਿਹੜਾ ਕੰਮ ਮੜਿਆ ਹੋਇਆ ਉਹ ਸਾਡੇ ਤੋਂ ਕਰਾ ਲੈਂਦੇ ਹੋ,
ਤੇ ਬਾਕੀ ਸਮਾਨ ਤੁਸੀਂ ਹੋਰ ਪਾਸੋਂ ਲੈ ਲੈਣੇ ਹੋ। ਚਲੋ ਇਹ ਵੀ ਗੱਲ ਜਾਇਜ਼ ਆ, ਪਰ ਇਹ ਵੀ ਗਲਤ ਆ ਮੈਂ ਕਹਿੰਦਾ ਵੀ ਹੈ ਨਾ ਧੱਕੇ ਨਾਲ ਕਹਿਣਾ। ਕਿਸੇ ਵਾਸਤੇ ਨਹੀਂ ਨਾ ਆਪਾਂ ਕਿਸੇ ਨੂੰ ਜ਼ਬਰਦਸਤੀ ਦਿੰਦੇ ਆ, ਜਿੰਨੀ ਯੂਜ ਆਪਾਂ ਜਿੰਨੀ मतलब अब एक चीज़ है कि अपन एक सर्वे करते हैं कि इस डिस्ट्रिक्ट में इतना सल्फर लगता है, तो उसमें कितना हमारा प्रोपोर्शनेट है वो देख लेते हैं, उसी हिसाब से देते, ज़्यादा देते ही नहीं है। अपन तो एक डीलर को 2 या 3 टन 4 टन साल में देते हैं, ज़्यादा नहीं है कुछ क्वांटिटी है ना, ये चीज़ है। ਲਓ ਜੀ ਇਹ ਵੀ ਜਿਹੜਾ ਤੁਹਾਡਾ ਨਾ ਇੱਕ ਭੁਲੇਖਾ ਜਿਹੜਾ ਆ ਉਹ ਹੁਣ ਦੂਰ ਹੋਊਗਾ ਕਿ ਕੰਪਨੀ ਕਦੇ ਵੀ ਧੱਕੇ ਨਾਲ ਜਿਹੜਾ ਆ ਉਹ ਨਹੀਂ ਕਹਿੰਦੀ ਵੀ ਤੁਸੀਂ ਜੇ ਯੂਰੀਆ ਵੇਚਣਾ ਤਾਂ ਨਾਲ ਇਹਨੂੰ ਵੇਚੋ। ਹਾਂ, ਉਹ ਦੁਕਾਨਦਾਰ ਨੂੰ ਜ਼ਰੂਰ ਕਹਿੰਦੇ ਨੇ ਕਿ ਤੁਸੀਂ ਜਿਹੜਾ ਆ ਸਲਫਰ ਜੇ ਵੇਚਣਾ ਤਾਂ ਸਾਡੀ ਕੰਪਨੀ ਦਾ ਵੇਚੋ। ਹੁਣ ਅੱਗੇ ਵੀ ਇੱਕ ਅਜਿਹੀ ਚੀਜ਼ ਆ ਗਈ ਜਿਹੜੀ ਕਣਕ ਦੀ ਬਿਜਾਈ ਵੇਲੇ ਤੰਗ ਕਰਦੀ ਆ। ਗੱਲ ਮੈਂ ਕਰ ਰਿਹਾ DAP ਦੀ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਉਧਰ ਪਹਿਲਾਂ ਉਧਰ ਯੂਰੀਆ ਜਿਹੜਾ ਆ ਯੂਰੀਆ ਦਿਖਾਇਆ ਵੀ ਜਦੋਂ ਯੂਰੀਆ ਪਾਉਣਾ ਹੁੰਦਾ ਉਦੋਂ ਕਿਸਾਨਾਂ ਨੂੰ ਬਹੁਤ ਗੇੜੇ ਮਰਾਉਂਦਾ। ਇਸ ਵੇਲੇ DAP ਦੀ ਮੰਗ ਬਹੁਤ ਆ, ਬੇਸ਼ੱਕ ਵਰਤਣਾ ਹਜੇ ਲੋਕਾਂ ਨੇ ਮਹੀਨੇ ਬਾਅਦ ਆ। ਕੀ ਕਹੋਗੇ ਵੀ DAP ਇਸ ਵਾਰੀ ਵੀ ਲੋਕਾਂ ਨੂੰ ਜਿਹੜਾ ਆ ਉਹ ਔਖਾ ਮਿਲੂਗਾ ਜਾਂ ਆਰਾਮ ਨਾਲ ਮਿਲ ਜੂ? ਨਹੀਂ, DAP ਇਸ ਵਾਰ ਬਹੁਤ ਵਧੀਆ ਹੋਣੀ ਵਾਲੀ ਹੈ ਅਵੇਲੇਬਿਲਿਟੀ। ਥੋੜੀ ਹਜੇ ਦਿੱਕਤ ਆ ਰਹੀ ਹੈ ਕਿਸਾਨਾਂ ਨੂੰ, ਕਿਉਂਕਿ ਨਾ ਸਾਰੇ ਐਡਵਾਂਸ ਬਾਇੰਗ ਕਰਦੇ ਪਏ ਆ ਕਿ ਉਹਨਾਂ ਨੂੰ ਪਿਛਲੇ ਸਾਲ ਵਰਗਾ ਡਰ ਹੈ ਕਿ ਪਤਾ ਨਹੀਂ ਮਿਲੇਗਾ ਕਿ ਨਹੀਂ ਮਿਲੇਗਾ। ਪਰ ਹੌਲੀ ਹੌਲੀ ਅਵੇਲੇਬਿਲਿਟੀ ਵਧੀਆ ਹੋ ਰਹੀ ਹੈ। ਪਹਿਲਾਂ ਨਾਲੋਂ ਇੰਪੋਰਟ ਜਿਹੜੇ ਹੋਏ ਆ, ਸੌਦੇ ਹੋਏ ਆ ਮਾਰਕੀਟ 'ਚ, ਉਹ ਵੀ ਬੈਟਰ ਹੋਏ ਹੈਗੇ ਆ। ਤੇ ਆਪਣੀ ਵੀ ਰੇਕ 25 ਤਰੀਕ ਦੇ ਅਰਾਊਂਡ ਰਾਜਪੁਰੇ ਲੱਗਣੀ ਹੈਗੀ ਹੈ। ਉਤੋਂ ਵੀ ਮਾਲ ਪੂਰੇ ਪਟਿਆਲੇ ਜ਼ਿਲ੍ਹੇ 'ਚ ਆਏਗਾ। 60% ਮਾਲ ਸੁਸਾਇਟੀਆਂ 'ਚ ਜਾ ਰਿਹਾ ਹੈਗਾ, 40% ਮਾਲ ਪ੍ਰਾਈਵੇਟ 'ਚ ਆ ਰਿਹਾ ਹੈਗਾ। ਤੇ ਇਸ ਕਰਕੇ ਉਮੀਦ ਹੈ ਵੀ ਅਕਤੂਬਰ ਦੇ ਵਿੱਚ ਸਥਿਤੀ ਹੋਰ ਬੈਟਰ ਹੋ ਜਾਏਗੀ ਤੇ ਫਾਰਮਰਸ ਨੂੰ ਵਧੀਆ ਤਰੀਕੇ ਨਾਲ DAP ਹਰ ਜਗ੍ਹਾ ਤੋਂ ਅਵੇਲੇਬਲ ਹੋਏਗਾ। ਮੈਂ ਚਾਹੁੰਦਾ ਨਾ ਤੁਸੀਂ ਆਪਣੇ ਇਸ ਪ੍ਰੋਡਕਟ ਬਾਰੇ ਵੀ ਦੱਸੋ ਨਾ, ਲਿਕੁਇਡ ਜ਼ਿੰਕ ਆ, ਇਹਦਾ ਕੀ ਕੰਮ ਕੀ ਆ? ਦੇਖੋ, ਲਿਕੁਇਡ ਜ਼ਿੰਕ ਹੈਗਾ ਜਿਹੜਾ, ਉਹ ਇੱਕ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਫਾਰਮਰ ਜਿਹੜੇ ਹੈ ਉਹ ਜ਼ਿੰਕ ਪਾਉਂਦੇ ਹੈ ਪੈਡੀ ਦੇ ਵਿੱਚ ਬਹੁਤ ਜ਼ਿਆਦਾ, ਕਿਉਂਕਿ ਪੈਡੀ ਇੱਕ ਇਦਾਂ ਦੀ ਕਰੋਪ ਹੈ ਜਿਹਦੇ ਜ਼ਿੰਕ ਚਾਹੀਦਾ ਹੀ ਚਾਹੀਦਾ ਹੈ। ਪਰ ਜਿਹੜਾ ਜ਼ਿੰਕ ਥੈਲੀ ਵਾਲਾ ਜ਼ਿੰਕ ਹੁੰਦਾ 33% ਜਾਂ 21%, ਉਹ ਜਿਵੇਂ ਆਪਾਂ ਪਾਉਂਦੇ ਆ ਤਾਂ ਉਹਦਾ 30-35% ਹੀ ਪੌਦੇ ਨੂੰ ਮਿਲਦਾ, ਬਾਕੀ 60-65% ਲੋਸ ਹੈ, ਵੇਸਟ ਹੋ ਜਾਂਦਾ ਉਹ। ਤੇ ਜਿਹੜਾ ਇਹ ਆਪਣਾ ਸਪਰੇਅ ਵਾਲਾ ਜ਼ਿੰਕ ਹੈ ਕਿ ਤੁਹਾਨੂੰ ਸਪਰੇਅ ਕਰਨਾ ਹੈ ਪੌਦੇ ਤੇ ਇੰਸਟੈਂਟਲੀ ਪੌਦੇ ਨੂੰ ਮਿਲਦਾ। ਇਹਦੀ 90% ਜਿਹੜੀ ਹੈ ਉਹ ਤਕਰੀਬਨ ਅਵੇਲੇਬਿਲਿਟੀ ਹੁੰਦੀ ਹੈ ਪਲਾਂਟ ਨੂੰ। 10% ਹੀ ਜੇ ਕਿਤੇ ਕੋਈ ਵੇਸਟ ਹੋਇਆ, ਕੋਈ ਥੱਲੇ ਗਿਰ ਗਿਆ, ਕੋਈ ਉੜ ਗਿਆ, ਅਦਰਵਾਈਜ਼ 90% ਇਹ ਮਿਲਦਾ ਹੈਗਾ। ਇੱਕ ਅਗਲਾ ਸਪਰੇਅ ਇਹ ਸੋਚਦਾ ਨਾ ਵੀ ਭਾਈ ਸਸਤਾ ਕਿਹੜਾ ਪੈਂਦਾ। ਦੇਖੋ ਭਾਜੀ, ਦੋ ਚੀਜ਼ਾਂ ਨੇ ਕਿ ਇੱਕ ਤਾਂ ਆਪਾਂ ਸਸਤੇ ਦੇ ਚੱਕਰ ਜਾਂਦੇ ਆ ਤੇ ਆਪਾਂ ਨੂੰ ਸੋਚਣਾ ਇਹ ਚਾਹੀਦਾ ਕਿ ਬੈਨੀਫਿਟ ਕਿਹਦਾ ਜ਼ਿਆਦਾ। ਸਾਨੂੰ 100 ਰੁਪਏ ਖਰਚ ਕੇ ਵੱਧ ਪੈਸਾ ਕਿਹਦਾ ਮਿਲ ਰਿਹਾ। ਜੇ 100 ਰੁਪਏ ਖਰਚ ਕੇ 75 ਰੁਪਏ ਮਿਲ ਰਹੇ ਆ ਤਾਂ ਬੰਦਾ ਕਹੂਗਾ ਯਾਰ ਠੀਕ ਹੈ। ਜੇ 200 ਰੁਪਏ ਖਰਚ ਕੇ ਉਹਨੂੰ 300 ਰੁਪਏ ਮਿਲਦੇ ਆ, ਉਹ ਕਹਿੰਦਾ ਮੈਂ 200 ਖਰਚਾਂਗਾ, ਮੈਨੂੰ 300 ਮਿਲਣੇ ਆ। ਤੇ ਉਹ ਵਾਲੀ ਗੱਲ ਹੈ ਜੀ। ਇਹਦੀ ਮਤਲਬ ਮਹਿੰਗਾ ਪਵੇ ਚਾਹੇ, ਪਰ ਰਿਜ਼ਲਟ ਬਹੁਤ ਵਧੀਆ ਤੇ ਉਹਨੂੰ ਫਾਇਦਾ ਜ਼ਿਆਦਾ ਹੈ ਕਿਸਾਨ ਨੂੰ। ਬੜੀ ਸੋਹਣੀ ਗੱਲ ਕੀਤੀ ਹੈ, ਕਿਉਂਕਿ ਅਸੀਂ ਸਸਤੇ ਦੇ ਚੱਕਰ 'ਚ ਕਈ ਵਾਰੀ ਆਪਣਾ ਨੁਕਸਾਨ ਵੱਧ ਕਰਾ ਲੈਂਦੇ ਆ। ਅੱਜ ਕੱਲ੍ਹ YouTube ਦੇ ਉੱਤੇ ਜਿਹੜੀਆਂ ਪੈਸਟੀਸਾਈਡਸ ਨੇ ਉਹਨਾਂ ਨੂੰ ਲੈ ਕੇ ਜਿਹੜਾ ਆ ਉਹ ਬਹੁਤ ਵੀਡੀਓਜ਼ ਪੈਂਦੀਆਂ ਨੇ, ਪੇਡ ਪ੍ਰਮੋਸ਼ਨ ਹੁੰਦੇ ਨੇ। ਕੋਈ ਕਹਿੰਦਾ ਕਿ ਮੈਂ ਫਲਾਣੀ ਦਵਾਈ ਜਿਹੜੀ ਇੰਨੇ ਦੀ ਦੇ ਦਿੰਦਾ, ਕੋਈ ਕਹਿੰਦਾ ਮੈਂ ਇੰਨੇ ਦੀ ਦੇ ਦਿੰਦਾ, ਪਰ ਉਸ ਚੀਜ਼ ਦੀ ਭਰੋਸੇਯੋਗਤਾ ਕਿੱਥੇ ਆ ਭਾਈ? ਉਹਦੀ ਗਰੰਟੀ ਕੌਣ ਲੈਂਦਾ? ਤੁਸੀਂ ਤਾਂ ਪੈਸੇ ਦੇ ਕੇ ਆਪਣੀ ਚੀਜ਼ ਲੈ ਆਏ। ਸੋ ਕਿਸਾਨ ਮੇਲੇ ਤੇ ਆ ਤੇ ਪਿੱਛੇ ਮਹਿੰਦਰਾ ਵਾਲਿਆਂ ਦੀਆਂ ਗੱਡੀਆਂ ਜਿਹੜੀਆਂ ਨੇ ਉਹ ਵੀ ਖੜੀਆਂ ਨੇ। ਪਤਾ ਵੀ ਇਹ ਵੀ ਕਿਸਾਨਾਂ ਨੇ ਖਰੀਦਣੀਆਂ ਨੇ ਜਦੋਂ ਫਸਲਾਂ ਚੰਗੀਆਂ ਹੋਣੀਆਂ ਨੇ। ਨਵੀਆਂ ਜਿਹੜੀਆਂ ਤਕਨੀਕਾਂ ਦੇ ਨਾਲ ਨਵੇਂ ਮਾਡਲ ਜਿਹੜੇ ਆ ਉਹ ਲੋਕਾਂ ਦੀਆਂ ਅੱਖਾਂ ਨੂੰ ਆਕਰਸ਼ਿਤ ਕਰਨ ਵਾਲੇ ਨੇ। ਕੰਬਾਈਨਾਂ ਜਿਹੜੀਆਂ ਨੇ ਉਹ ਵੀ ਖੜੀਆਂ ਨੇ। ਇਸ ਬੰਨੇ ਦਸ਼ਮੇਸ਼ ਪਾਵਰ ਸੋਲਰ ਸਿਸਟਮ ਦੀ ਜਿਹੜੀ ਆ ਉਹ ਸਟਾਲ ਲੱਗੀ ਆ। ਬਾਈ ਉਹਨਾਂ ਨਾਲ ਗੱਲ ਕਰਦੇ ਆ, ਕਿਉਂਕਿ ਸੋਲਰ ਦਾ ਜ਼ਮਾਨਾ ਹੀ ਆ ਹੁਣ। ਆਉਣ ਵਾਲਾ ਸਮਾਂ ਸੋਲਰ ਦਾ ਏ। ਵੱਡੇ ਪੱਧਰ ਦੇ ਉੱਤੇ ਜਿਹੜੇ ਲੋਕ ਮੈਂ ਕਹੂੰਗਾ ਕਿ ਗੁੰਜਾਇਸ਼ 'ਚ ਨੇ ਜਾਂ ਅਗਾਂਹ ਵਧੂ ਨੇ, ਉਹਨਾਂ ਨੇ ਤਾਂ ਆਪਣੀਆਂ ਛੱਤਾਂ ਦੇ ਉੱਤੇ ਸੋਲਰ ਲਵਾ ਲਿਆ। ਬੜੇ ਲੋਕ ਸਾਡੇ ਵਰਗੇ ਸੋਚਦੇ ਨੇ, ਵਿਚਾਰਦੇ ਨੇ ਵੀ ਫਾਇਦਾ ਵੀ ਹੈਗਾ ਕਿ ਨਹੀਂ। ਤੇ ਵੱਡੀ ਗੱਲ, ਸਰਕਾਰ ਨੇ ਹੁਣ ਯੂਨਿਟ ਮਾਫ ਕਰਤੇ। ਅਗਲਾ ਕਹਿੰਦਾ ਕਿ ਬਿੱਲ ਤਾਂ ਪਹਿਲਾਂ ਹੀ ਘੱਟ ਆਉਣੇ ਆ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸੋਲਰ ਸਿਸਟਮ ਦਸ਼ਮੇਸ਼ ਸੋਲਰ, ਕੀ ਕਹੋਗੇ ਵੀ ਅਗਲਾ ਲਵਾਉਣਾ ਚਾਹੁੰਦਾ, ਫਿਰ ਅਗਲਾ ਕਹਿੰਦਾ ਯਾਰ ਖਰਚਾ ਬਹੁਤ ਹੋ ਜਾਂਦਾ? ਸਰ ਦੇਖੋ, ਪਹਿਲਾਂ ਸੀਗਾ ਖਰਚਾ ਹੋ ਰਿਹਾ ਜੀ, ਹੁਣ ਸੈਂਟਰ ਵੱਲੋਂ ਸਬਸਿਡੀ ਪਲਾਨ ਆ ਗਏ ਜੀ ਤੇ ਆਪਾਂ ਸਬਸਿਡੀ ਦੇ ਵਿੱਚ ਵੀ ਲਗਵਾ ਸਕਦੇ ਆ। ਦੂਸਰਾ ਇਹਦੇ 'ਚ ਆਪਣੇ ਕੋਲ ਹੈਗੀ ਲੋਨ ਦੀ ਸੁਵਿਧਾ ਹੈਗੀ ਆ ਜੀ, ਲੋਨ ਦੇ ਥਰੂ ਲਗਵਾ ਸਕਦੇ ਆ। ਕਿਉਂ ਕਸਟਮਰ ਨੂੰ ਹੁੰਦਾ ਕਿ ਮੇਰੀ EMI ਤੋਂ ਡਰਦਾ, ਪਰ ਆਪਾਂ ਉਹਨੂੰ ਕੋਸਟ ਦਿਖਾਈ ਦੀ ਕਸਟਮਰ ਵੀ ਤੁਸੀਂ ਸਾਲ ਦੇ ਘੱਟੋ ਘੱਟ 70,000 ਬਿੱਲ ਭਰ ਰਹੇ ਆ, ਅਗਰ ਤੁਹਾਡੀ EMI ਅਸੀਂ ਉਹਦੇ ਬਰਾਬਰ ਦੀ ਬਣਾ ਦਈਏ ਫਿਰ ਤੁਸੀਂ ਕਰ ਸਕਦੇ ਆ। ਉਹ ਐਗਰੀ ਹੋ ਜਾਂਦਾ ਜੀ। ਬਾਈ ਇੱਕ ਬੜੀ ਸੋਹਣੀ ਗੱਲ ਕੀਤੀ ਆਪਾਂ ਨਾ। ਨਾਰਮਲ ਜੇ ਘਰ ਦੀ ਗੱਲ ਕਰਦੇ ਆ, ਕਿਸੇ ਦੇ ਘਰ ਦਾ ਮੰਨ ਲਓ 4 ਕਿਲੋਵਾਟ ਲੋਡ ਆ, ਉਹ ਅੰਦਾਜ਼ਾ ਹੀ ਲਾਉਂਗਾ ਮੈਂ, ਐਗਜ਼ੈਕਟ ਕਿਸੇ ਫਿਗਰ ਦੀ ਗੱਲ ਨਹੀਂ ਕਰਾਂਗੇ। ਮੰਨ ਲਓ ਵੀ
ਉਹਦਾ 2 ਲੱਖ ਖਰਚਾ ਆਉਣਾ ਇੱਥੇ ਹਨਾ, ਤੇ ਉਹਨੇ ਜੇ ਕਿਸ਼ਤਾਂ ਕਰਾਉਣੀਆਂ ਤਾਂ ਉਹਦਾ ਕੀ ਹਿਸਾਬ ਆ, ਤੇ ਉਹ ਕਿੰਨਾ ਕੁ ਮਹਿੰਗਾ ਪਊ ਤੇ ਕਿੰਨੇ ਸਾਲਾਂ 'ਚ ਪੈਸੇ ਮੋੜਨੇ ਆ? ਸਰ ਜਿਹੜੀਆਂ ਕਿਸ਼ਤਾਂ ਕਰਾਉਣੀਆਂ ਉਹ 4 ਸਾਲ ਦੀ ਕਿਸ਼ਤ ਹੋਊਗੀ, ਤੇ ਜਿੰਨਾ ਉਹਦਾ ਬਿਜਲੀ ਦਾ ਬਿੱਲ ਮੰਨ ਕੇ ਚਲੋ 2 ਮਹੀਨਾ 6-7 ਹਜ਼ਾਰ ਆ ਰਿਹਾ, ਇੰਨੀ ਕਿਸ਼ਤ ਆਪਣੀ ਬਣਦੀ ਆ। ਤੇ ਵਿਆਜ ਦੀ ਗੱਲ ਕਰਾਂ, ਆਪਣਾ 4 ਸਾਲ ਦੇ ਦਾ 35 ਤੋਂ 40 ਹਜ਼ਾਰ ਵਿਆਜ ਲੱਗੇਗਾ। ਅਗਰ ਸਹੀ ਦੇਖੀਏ ਉਹਦਾ ਆਪਣਾ ਪੈਸਾ ਵੀ ਨਹੀਂ ਲੱਗਿਆ ਜੀ, ਗਵਰਨਮੈਂਟ ਤੋਂ ਪੈਸਾ ਲੈ ਕੇ ਉਹਨੇ ਆਪਣਾ 40 ਹਜ਼ਾਰ 'ਤੇ ਸਿਸਟਮ ਲਗਾ ਲਿਆ ਜੀ, ਓਨਲੀ ਵਿਆਜ ਦੇ ਵਿੱਚ ਹੀ। ਤੇ ਬਾਕੀ ਇਹਦੀ ਜਿਹੜੀ ਗਰੰਟੀ ਹੈਗੀ ਆ ਪੈਨਲ ਦੀ ਹੈਗੀ ਆ 25 ਸਾਲ ਦੀ ਹੈਗੀ ਆ ਜੀ, ਇਨਵੈਟਰ ਦੀ 3 ਸਾਲ ਦੀ ਆ, 25 ਸਾਲ ਤੱਕ ਇਹ ਕੰਮ ਵਰਕ ਕਰੇਗਾ ਜੀ। ਤੇ ਮੋਟਾ ਆਪਾਂ ਗੱਲ ਕਰੀਏ ਉਹਦੀ ਕਾਸਟ 5 ਸਾਲਾਂ 'ਚ ਕਵਰ ਹੋਏ ਨਹੀਂ ਆ ਜੀ। ਆਪਾਂ 20 ਸਾਲਾਂ ਦੀ ਸੇਵਿੰਗ ਦੇਖੀਏ, ਘੱਟੋ 4 ਕਿਲੋਵਾਟ ਦੇ ਵਿੱਚ 8 ਲੱਖ ਦੀ ਸੇਵਿੰਗ ਕਰ ਲੇਗਾ ਇੱਕ। ਆਪਾਂ ਇੱਕ ਬਹੁਤ ਵੱਡੀ ਸੇਵਿੰਗ ਹੈ ਸੋਲਰ ਦੇ ਵਿੱਚ। ਅੱਛਾ, ਜਿਹੜਾ ਤੁਸੀਂ ਇਨਵਰਟਰ ਦਾ 3 ਸਾਲ ਦੀ ਗੱਲ ਕੀਤੀ ਆ, ਫਿਰ ਅਗਲਾ ਇਹ ਵੀ ਗੱਲ ਕਹਿੰਦਾ ਯਾਰ ਖਰਚਾ ਤਾਂ ਜਦੋਂ ਸਾਡੀਆਂ ਕਿਸ਼ਤਾਂ ਮੁੱਕਣੀਆਂ ਨੇ ਸਾਨੂੰ ਦੁਬਾਰਾ ਫੇਰ ਖਰਚਾ ਛੱਡ ਜਾਣਾ ਆ। ਇਹਦੇ ਬਾਰੇ ਦੱਸੋ ਵੀ ਉਹ ਕਿੰਨਾ ਕੁ ਟਾਈਮ ਕੱਢਦੇ ਆ? ਬੈਟਰੀਆਂ ਵਾਲਾ ਆ? ਨਹੀਂ, ਵਿਦਆਊਟ ਬੈਟਰੀ ਹੈ ਸਰ ਇਹ ਇਨਵਰਟਰ। ਸਰ ਦੇਖੋ ਵਿਦਆਊਟ ਬੈਟਰੀ ਜੇ ਕੋਈ ਵੈਸੇ ਕੋਈ ਪ੍ਰੋਬਲਮ ਆਉਂਦੀ ਨਹੀਂ, ਅਗਰ ਆਉਂਦੀ ਨਾਰਮਲ ਪ੍ਰੋਬਲਮ ਆ ਉਹ ਆਪਣੇ ਕੋਲ ਸਾਡੇ ਆਪਣੇ ਇੰਜੀਨੀਅਰ ਉਹ ਆਪਣੇ ਆਪ ਸਹੀ ਕਲੀਅਰ ਕਰ ਦਿੰਦੇ ਹੋ। ਜੋ ਵੀ ਉਹਦੇ 'ਚ MCB ਵਗੈਰਾ ਦੀ ਪ੍ਰੋਬਲਮ ਹੁੰਦੀ ਉਹ ਆਪਾਂ ਸਹੀ ਕਰ ਸਕਦੇ ਉਹਦੇ 'ਚ ਹੀ। ਤੇ ਮੌਸਮ ਜਿਵੇਂ ਹੁਣ ਕਈ ਦਿਨ ਬੱਦਲ ਰਿਹਾ ਆ, ਮਤਲਬ ਇਹਦੇ ਨਾਲ ਚੱਲੀ ਜਾਂਦਾ ਕੰਮ? ਸਰ ਦੇਖੋ ਇਹਨੂੰ ਆਪਾਂ ਕਹਿ ਦਈਏ ਜ਼ਿਆਦਾ ਟੈਂਪਰੇਚਰ ਦੀ ਜ਼ਰੂਰਤ ਨਹੀਂ ਆ, ਆਪਾਂ ਨੂੰ ਮੇਨ ਰੇਡੀਏਸ਼ਨ ਚਾਹੀਦਾ, ਚਾਹੇ ਬੱਦਲਵਾਈ ਹੋਵੇ ਬਸ ਉਹਦੀ ਕਿਰਨ ਪੈਣੀ ਚਾਹੀਦੀ, ਮੇਨ ਰੇਡੀਏਸ਼ਨ ਉਹਦੇ ਤੇ ਕੰਮ ਕਰ ਰਿਹਾ ਸੋਲਰ ਹੀ। ਕੋਈ ਉਹ ਲਾਈਟਾਂ ਵੀ ਹੁੰਦੀਆਂ ਨੇ ਸੋਲਰ ਵਾਲੀਆਂ ਤੁਹਾਡੀਆਂ, ਜਾਂ ਜਿਵੇਂ ਕਹਿ ਦਿੰਦੇ ਆ ਕਿ ਸਟਰੀਟ ਲਾਈਟਾਂ ਹੁਣ ਸੋਲਰ ਦੀਆਂ ਲੱਗਦੀਆਂ ਨੇ, ਅਗਲਾ ਕਹਿੰਦਾ ਘਰੇ ਵਿਹੜੇ 'ਚ ਲਾ ਲਈਏ ਲਾਈਟ, ਕੋਈ ਇਦਾਂ ਦੇ ਪ੍ਰੋਡਕਟ ਵੀ ਹੈਗੇ? ਜੀ ਸਰ ਹੈਗੇ ਆ ਲਾਈਟਾਂ ਵਗੈਰਾ ਆਪਣੇ ਕੋਲ, ਪਰ ਚਲੋ ਇਸ ਟਾਈਮ ਸਾਡੇ ਕੋਲ ਇੱਥੇ ਹੈ ਨਹੀਂ। ਆ ਸਾਡਾ ਡੈਮੋ ਸਟੇਸ਼ਨ ਆ। ਕਈ ਕਸਟਮਰ ਕਹਿੰਦੇ ਕਿ ਸਰ ਅਸੀਂ ਮੋਟਰ ਲਗਵਾਉਣੀ ਆ, ਸਾਡਾ ਘਰ ਵੀ ਨੇੜੇ ਆ, ਪਰ ਆਪਾਂ ਇੱਕ ਗੱਲ ਦੇਖੀ ਕਿ ਕੋਈ ਮੋਟਰ ਲਗਵਾ ਲੈਂਦਾ, ਪਰ ਮੋਟਰ ਦਾ ਉਹਦੇ ਸਾਲ ਭਰ ਉਹ ਪਾਣੀ ਯੂਜ਼ ਨਹੀਂ ਕਰਦਾ ਜੀ, ਤੇ ਉਹਦਾ ਮੰਨ ਕੇ ਉਹਨੂੰ ਸਾਲ ਦੇ ਵਿੱਚ 4 ਮਹੀਨੇ ਪਾਣੀ ਚਾਹੀਦਾ, 8 ਮਹੀਨੇ ਉਹਦੀ ਜਨਰੇਸ਼ਨ ਵੇਸਟ ਜਾ ਰਹੀ ਆ। ਪਰ ਅਸੀਂ ਆਪਣੇ ਵੱਲੋਂ ਇੱਕ ਡਿਵਾਈਸ ਰੈਡੀ ਕੀਤੀ ਹੈ ਕਿ ਕਸਟਮਰ ਦਾ ਬੈਨੀਫਿਟ ਹੋਵੇ, ਜਿਹੜੇ ਮੋਟਰ ਦੇ ਥਰੂ ਹੀ ਉਹ ਆਪਣਾ ਘਰ ਦਾ ਲੋਡ ਵੀ ਚਲਾਵੇ। ਅਸੀਂ ਉਹ ਤਰੀਕੇ ਨਾਲ ਆਪਣੀ ਇੱਕ ਡਿਵਾਈਸ ਰੈਡੀ ਕਰਕੇ ਕਸਟਮਰ ਨੂੰ ਬੈਨੀਫਿਟ ਦਿੱਤਾ। ਜਿਹਦੇ ਮੈਂ ਸੌਖੇ ਜਿਹੇ ਤਰੀਕੇ ਨਾਲ ਸਮਝਾਉਣਾ ਵੀ ਬਾਈ ਹੁਣੀ ਕਹਿੰਦੇ ਕਿ ਮੋਟਰ ਲਵਾ ਲਓ ਸੋਲਰ ਵਾਲੀ, ਤੇ ਮੋਟਰ ਤੁਹਾਡੀ ਇਹ ਤਾਂ ਹੈ ਨਹੀਂ ਵੀ ਸਾਰਾ ਸਾਲ ਮੋਟਰ ਚੱਲਦੀ ਰਹਿਣੀ ਆ, ਜਦੋਂ ਮੋਟਰ ਨਹੀਂ ਚੱਲਣੀ ਤਾਂ ਉਹ ਸੋਲਰ ਦੇ ਨਾਲ ਤੁਹਾਡਾ ਘਰ ਦੀ ਬਿਜਲੀ ਦਾ ਜਿਹੜਾ ਖਰਚਾ ਬਸ ਆ। ਜੀ ਡਬਲ ਆਪਾਂ ਨੂੰ ਯੂਜ਼ ਕਰ ਸਕਦੇ ਹਾਂ ਜੀ ਉਹਨੂੰ। ਇੱਕ ਤਾਂ ਆਪਣੀ ਮੋਟਰ ਵੀ ਚੱਲ ਰਹੀ, ਦੂਸਰਾ ਘਰ ਦਾ ਲੋਡ ਵੀ ਚੱਲ ਰਿਹਾ ਜੀ। ਉਹਦੇ ਲਈ ਜੋ ਸਾਡੀ ਡਿਵਾਈਸ ਹੈਗੀ ਅਸੀਂ ਉਹ ਪ੍ਰੋਵਾਈਡ ਕਰਾਂਗੇ। ਇੱਕ ਬਾਈ ਇਹਦੇ 'ਚ ਇਹ ਵੀ ਹੁੰਦਾ ਹੋਊਗਾ ਕਿ ਇਹ ਮੋਟਰ ਤੁਹਾਡੇ ਨੇੜੇ ਚਾਹੀਦੀ ਹੈ ਨਾ ਘਰ ਦੇ? ਹਾਂਜੀ ਨੇੜੇ ਚਾਹੀਦੀ ਹੈ। ਅਗਰ ਉਹ ਨੇੜੇ ਨਹੀਂ ਹੈ ਸਰ, ਉਹਦਾ ਇੱਕ ਟਰਾਲੀ ਸਿਸਟਮ ਬਣਦਾ ਮੂਵੇਬਲ, ਆਪਾਂ ਉਹ ਕਰ ਸਕਦੇ ਹਾਂ ਵੀ ਆਪਣਾ ਜੋ ਖੇਤ 'ਚ ਚਾਹੀਦੀ ਖੇਤ 'ਚ ਲੈ ਜਾਓ, ਘਰ 'ਚ ਘਰ ਲਿਆਓ ਜੀ, ਦੋਨੇ ਆਪਣੇ ਕੋਲ ਸਿਸਟਮ ਹੈਗੇ ਆ ਜੀ। ਬੜਾ ਸੋਹਣਾ ਨਾ ਇੱਕ ਮਾਡਲ ਤਿਆਰ ਕੀਤਾ ਹੋਇਆ, ਤੁਸੀਂ ਦੇਖ ਵੀ ਰਹੇ ਹੋ ਤਸਵੀਰਾਂ ਦੇ ਵਿੱਚ। ਘਰ ਬਣਾਇਆ ਹੋਇਆ, ਗੱਡੀਆਂ ਖੜੀਆਂ ਨੇ, ਘੋੜੇ ਵੀ ਖੜੇ ਆ, ਡੰਗਰ ਵੀ ਖੜੇ ਨੇ, ਤੇ ਮੋਟਰਾਂ ਵੀ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ। ਦੇਖੋ ਸੋਲਰ ਦਾ ਜਿਹੜਾ ਆ, ਇਹ ਬੈਟਰੀ ਦਾ ਜਿਹੜਾ ਆ ਉਹ ਜ਼ਮਾਨਾ ਆ ਚੁੱਕਿਆ ਆ। ਬਾਈ ਜੀ ਬਹੁਤ ਧੰਨਵਾਦ, ਤੁਸੀਂ ਜਿਹੜੀ ਜਾਣਕਾਰੀ ਦਿੱਤੀ। ਓਕੇ ਸਰ, ਥੈਂਕ ਯੂ। ਹੁਣ ਜਿਸ ਤਰੀਕੇ ਦੇ ਨਾਲ ਬੈਟਰੀ ਵਾਲੀਆਂ ਜਿਹੜੀਆਂ ਸਕੂਟਰ ਵਿਕ ਰਹੇ ਨੇ, ਹੁਣ ਅੱਜ ਤੋਂ 4 ਸਾਲ ਪਹਿਲਾਂ 3 ਸਾਲ ਪਹਿਲਾਂ ਅਸੀਂ ਉਹ ਕਹਿੰਦੇ ਸੀਗੇ ਕਿ ਯਾਰ ਇਹ ਚੀਜ਼ਾਂ ਕਾਮਯਾਬ ਨਹੀਂ ਹੋਣੀਆਂ। ਜਦੋਂ ਜਿਵੇਂ ਉਹਨਾਂ ਚੀਜ਼ਾਂ ਦੇ ਵਿੱਚ ਸੋਧਾਂ ਹੋਈ ਗਈਆਂ ਉਹ ਕਾਮਯਾਬ ਵੀ ਹੋ ਗਿਆ। ਇਸ ਪਾਸੇ ਜਿਹੜਾ ਆ ਰੀਪਰ ਖੜਾ ਸੀਗਾ, ਪਲਾਸਟਿਕ ਦਾ ਸਮਾਨ ਪਿਆ ਇੱਥੇ ਆਪਾਂ ਨਹੀਂ ਜਾਵਾਂਗੇ, ਆਪਾਂ ਕੋਸ਼ਿਸ਼ ਕਰਾਂਗੇ ਉੱਥੇ ਜਾਣ ਦੀ ਜਿਹੜੀਆਂ ਚੀਜ਼ਾਂ ਕਿਸਾਨਾਂ ਦੇ ਨਾਲ, ਪਸ਼ੂ ਪਾਲਕਾਂ ਦੇ ਨਾਲ ਸੰਬੰਧ ਰੱਖਦੀਆਂ ਨੇ। ਸਪਲੀਮੈਂਟ ਜਿਹੜੇ ਨੇ, ਪਸ਼ੂਆਂ ਦੇ ਸਪਲੀਮੈਂਟ ਇਸ ਸਟਾਲ ਦੇ ਉੱਤੇ ਵੇਚੇ ਜਾ ਰਹੇ ਨੇ। ਉਸ ਪਾਸੇ ਜ਼ਿਮੀਦਾਰਾ ਐਗਰੋ ਆ, ਵੱਖੋ-ਵੱਖ ਉਹਨਾਂ ਦਾ ਜਿਹੜਾ ਸਮਾਨ ਹੈ ਉਹ ਵੀ ਜਿਹੜਾ ਆ ਉਹ ਵੇਚਿਆ ਜਾ ਰਿਹਾ। ਸੋ ਰੌਣੀ ਦੇ ਕਿਸਾਨ ਮੇਲੇ ਦੀਆਂ ਤਸਵੀਰਾਂ ਜਿੰਨੀਆਂ ਹੋ ਸਕਦੀਆਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਤੇ ਵੱਡੇ ਪੱਧਰ ਦੇ ਉੱਤੇ ਮੈਂ ਇੱਕ ਵਾਰੀ ਫੇਰ ਦੱਸ ਰਿਹਾ ਕਿ ਕਿਸਾਨ ਪਹੁੰਚੇ ਹੋਏ ਨੇ। 3 ਸਾਲ ਬਾਅਦ ਜਿਹੜਾ ਆ ਉਹ ਮੇਲਾ ਲੱਗ ਰਿਹਾ। ਆਓ ਚੱਲਦੇ ਹਾਂ ਅੱਗੇ। ਸੋ ਮੇਰੇ ਪਿੱਛੇ ਜਿਹੜੀ ਮੈਂ ਤੁਹਾਨੂੰ ਗੱਲ ਕਹਿ ਰਿਹਾ ਸੀਗਾ ਕਿ ਬਹੁਤ ਵੱਡਾ ਇੱਕ ਜੁਗਾੜ ਹੈ ਜਿਹੜਾ ਸਪਰੇਅ ਕਰਨ ਵਾਲਾ ਆ, ਤੇ ਪਿਛਲੇ ਸਾਲਾਂ ਦੇ ਵਿੱਚ ਇਹਦਾ ਜਿਹੜਾ ਆ ਪ੍ਰਚਲਨ ਵਧਿਆ। ਖਾਸ ਕਰਕੇ ਗੁੱਲੀ ਡੰਡੇ ਦੀਆਂ ਸਪਰੇਹਾਂ ਲੋਕਾਂ ਨੇ ਇਹਦੇ ਨਾਲ ਬਹੁਤ ਕੀਤੀਆਂ ਨੇ। ਕਿੰਨਾ ਕੁ ਕਾਮਯਾਬ ਹੋਇਆ, ਕਿੰਨਾ ਕੁ ਲੋਕਾਂ ਦੀ ਪਹੁੰਚ ਦੇ ਵਿੱਚ ਆ, ਉਹਦੇ ਬਾਰੇ ਵੀ ਆਪਾਂ ਜਾਣਕਾਰੀ ਜਿਹੜੀ ਆ ਉਹ ਲੈਣ ਦੀ ਕੋਸ਼ਿਸ਼ ਕਰਾਂਗੇ। ਤੇ ਇੱਕ ਨਵਾਂ ਰੁਝਾਨ ਜਿਹੜਾ ਤਸਵੀਰਾਂ ਵੀਡੀਓਜ਼ ਆਮ ਤੌਰ 'ਤੇ ਚੱਲਦੀਆਂ ਨੇ ਕਿ ਦੇਖੋ ਜੀ ਬੰਦੇ ਨੇ ਡਰੋਨ ਦੇ ਨਾਲ ਸਪਰੇਅ ਕੀਤੀ ਆ, ਉਹ ਪੁਰਜਾ ਇੱਧਰ ਪਿਆ। ਬਾਈ ਜੀ ਕੰਪਨੀ ਵੱਲੋਂ ਨਹੀਂ, ਤੁਹਾਡੇ ਨਾਲ ਹੀ ਕਰ ਲੈਂਦੇ ਆ ਗੱਲ। ਆ ਜਾਓ ਪਲੀਜ਼, ਆ ਜਾਓ ਬਾਈ। ਆਹ ਡਰੋਨ ਵਾਲੇ ਪੰਪ ਦੀ ਜਾਣਕਾਰੀ ਚਾਹੀਦੀ ਆਪਾਂ ਨੂੰ ਕਿ ਕਿੰਨਾ ਕੁ ਪਾਣੀ ਪੈ ਜਾਂਦਾ, ਕਿੰਨਾ ਕੁ ਜਿਹੜਾ ਆ ਇਹਦਾ ਖਰਚਾ, ਇਹਦੇ ਬਾਰੇ ਦੱਸੋ। तो इसके अंदर एक बार में 10 लीटर पानी डल जाता है। 10 ਪੈਂਦਾ ਵਾ? हाँ 10 लीटर पानी डलता है।
और इसका रेंट कुछ 300-350 रुपए तक रहेगा पर एकड़ का। हाँ जी। ਫਿਰ ਇੱਕ ਏਕੜ ਦੇ ਵਿੱਚ ਤਾਂ ਕਾਫੀ ਪਾਣੀ ਲੱਗ ਜਾਂਦਾ ਹੈ ਨਾ हाँ, लेकिन ये डाल देता है पानी, क्योंकि ये ना बहुत बारीक स्प्रे करता है, तो ये उस एकड़ में डाल देता है पानी उतना। तो 10 ਲੀਟਰ ਨਾਲ ਏਕੜ ਕੱਢ ਦਿੰਦਾ हाँ 10 लीटर से 1 एकड़ कर देता है एक सेकंड। ਤੌਰ ਤੇ ਤਾਂ ਕਿਹਾ ਜਾਂਦਾ ਕਿ ਪਾਣੀ ਵੱਧ ਤੋਂ ਵੱਧ ਲਾਓ ਹੈ ਨਾ, ਦਵਾਈਆਂ ਵਾਲੇ ਵੀ ਆਪਾਂ ਨੂੰ ਇਹੀ ਕਹਿੰਦੇ ਨੇ। हाँ जी, लेकिन इसमें उतना ही पानी रिक्वायर्ड है, 10 लीटर पानी रिक्वायर्ड है, तो उतना ही डलता है पानी इसके अंदर। ਬਾਕੀ ਮੈਂ ਸੱਚਮੁੱਚ ਹੈਰਾਨ ਆ ਵੀ 10 ਲੀਟਰ ਨਾਲ ਯਾਰ ਏਕੜ ਦੀ ਸਪਰੇ ਸੱਚਮੁੱਚ 10 ਲੀਟਰ ਨਾਲ ਹੋ ਜਾਂਦੀ ਹੈ ਇੱਕ ਏਕੜ। देखो सच बताऊं तो मेरे को इतना इन्फॉर्मेशन है कि 10 लीटर में एक, लेकिन ये एक बार में 10 लीटर ले लेता है और ये 1 एकड़ 5-10-15 मिनट में कर देता है ये स्प्रे। ਉਹ ਬਿਲਕੁਲ ਤੁਸੀਂ ਕਿਹਾ ਕਿ ਨਹੀਂ, ਪਰ ਇਹ 10 ਲੀਟਰ ਨਾਲ ਯਾਰ ਨਹੀਂ ਪੋਸੀਬਲ ਹੀ ਨਹੀਂ ਹੋ ਸਕਦਾ ਨਾ ਇਹ ਇੱਕ ਏਕੜ 10 ਲੀਟਰ ਦੇ ਨਾਲ। ਇਹਦੇ ਬਾਰੇ ਦੱਸ ਸਕਦੇ ਹੋ? हाँ जी, ये क्या है, ये भी स्प्रे मशीन है, इसमें 300-400 लीटर आ जाता है एक बार में। तो ये क्या है ना, इसके ਇਹਦਾ ਟੈਂਕ ਕਿੱਥੇ ਆ ਪਾਣੀ? हाँ यही है। तो इसके अंदर क्या है ना कि ये फसल पे चला सकते हो, फसल के ऊपर दबेगी नहीं, अगर वो थोड़ी बेंड भी होगी तो वापस ऊपर आ जाएगी, ज़्यादा नहीं दबेगी इससे। तो बाकी जो मशीनें हैं तो फिर आप उसको लेके जाओगे तो फिर फसल का नुकसान होता है, इसके अंदर इतना फसल का नुकसान नहीं होता। तो ये जो पूरा ये जो बाजू है ये बाहर आ जाता है, तो इसका भी जो रेंट रहेगा वो 100-150 रुपये तक रहेगा। ਜਿਵੇਂ ਕਿਸੇ ਕੋਲੇ ਵੱਡਾ ਫਾਰਮ ਹੈ ਨਾ, ਬਹੁਤ ਤਕੜਾ ਕਿਸਾਨ ਆ, ਤਾਂ ਇਹਦੀ ਉਦਾਂ ਕੀਮਤ ਕਿੰਨੀ ਕੁ ਹੋਊਗੀ? ਉੱਦਾਂ ਕੀਮਤ ਤਾਂ 20 ਲੱਖ ਦੀ ਹੁੰਦੀ ਹੈ शायद, ਮੈਨੂੰ पता नहीं, लेकिन इतने ये रेंट के लिए ही होगा ये सारे प्रोडक्ट यूपीएल ਦੇ ਨੇ? हाँ जी, ये यूपीएल के साथ टाई अप है इनका, शक्तिमान ब्रांड का। ਕਿ ਪਿਛਲੇ ਸਾਲਾਂ 'ਚ ਨਾ ਲੋਕਾਂ ਦੇ ਆਮ ਅਸੀਂ ਦੇਖਿਆ ਹੋਣਾ ਕਿ ਅਗਲਾ ਕਹਿੰਦਾ यूपीएल ਦੀ ਦਵਾਈ ਦੀ ਸਪਰੇਅ ਕਰਾਉਂਦੇ ਆ ਤਾਂ ਮਸ਼ੀਨ ਉਹ ਭੇਜ ਦਿੰਦੇ ਨੇ। ਉਹ ਮਸ਼ੀਨ ਜਿਹੜੀ ਭੇਜਦੇ ਨੇ ਉਹ ਇਹੀ ਮਸ਼ੀਨ ਹੈ ਜਿਹੜੀ ਕਹਿੰਦੇ ਆ ਵੀ ਟਿਕਾ ਕੇ ਸਪਰੇਅ ਕਰ ਦਿੰਦੀ ਹੈ ਬੜੇ ਵਧੀਆ ਤਰੀਕੇ ਦੇ ਨਾਲ। ਕੀ ਹਾਲ ਹੈ ਬਾਈ? ਸੋ ਇਸ ਪਾਸੇ ਅੱਗੇ ਤੁਹਾਨੂੰ ਲੈ ਕੇ ਚੱਲਦੇ ਹਾਂ ਆਪਾਂ SKT ਸਹਾਰਾ ਕਿੰਗ। ਇਹਨਾਂ ਦੇ ਕੋਲ ਡੈਰੀ ਦੇ ਪ੍ਰੋਡਕਟ ਨੇ, ਦੁੱਧ ਚੋਣ ਵਾਲੀਆਂ ਮਸ਼ੀਨਾਂ ਨੇ ਜਿਹੜੀਆਂ ਆਮ ਤੌਰ ਤੇ ਫਾਰਮਾਂ ਦੇ ਉੱਤੇ ਯੂਜ਼ ਹੁੰਦੀਆਂ ਨੇ। ਇੱਕ ਹਾਂ ਬਈ ਬਹਿ ਕੇ ਦੇਖਣਾ। ਸੋ ਇੱਕ ਮੇਲੇ ਵਰਗਾ ਮਾਹੌਲ ਬਿਲਕੁਲ ਬਣਿਆ ਹੋਇਆ ਬਾਈ। ਦੇਖੋ ਇਹੋ ਜਿਹੀਆਂ ਥਾਵਾਂ ਤੇ ਨਾ ਆਉਣਾ ਚਾਹੀਦਾ। ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਕੁਝ ਖਰੀਦ ਕੇ ਜਾਣਾ, ਤੁਸੀਂ ਇੱਥੇ ਪੈਸਾ ਖਰਚ ਕੇ ਜਾਣਾ। ਆਮ ਅਸੀਂ ਕਹਿੰਦੇ ਆ ਕਿ ਬੱਚੇ ਸਾਡੇ ਕਹਿੰਦੇ ਨੇ ਕਿਤੇ ਘੁਮਾ ਕੇ ਲਿਆਓ, ਤੁਸੀਂ ਮੈਂ ਕਹਿੰਦਾ ਚਾਹੇ ਇੱਕ ਦਿਨ ਛੁੱਟੀ ਮਰਾ ਲਓ, ਇਹੋ ਜਿਹੀਆਂ ਥਾਵਾਂ ਤੇ ਲੈ ਆਓ। ਉਹ ਘੱਟੋ ਘੱਟ ਜੇ ਕਿਸੇ ਚੀਜ਼ ਬਾਰੇ ਪੁੱਛੂਗਾ, ਕਹੂਗਾ ਕਿ ਹਾਂ ਮੈਨੂੰ ਆਹ ਦਿਵਾਓ ਜਾਂ ਮੈਨੂੰ ਆਹ ਦਿਖਾਓ, ਇਹਦੇ ਬਾਰੇ ਜਾਣਕਾਰੀ ਦਿਓ, ਤਾਂ ਉਹ ਚੀਜ਼ ਕੰਮ ਦੀ ਹੀ ਹੋਊਗੀ। ਬਾਪੂ ਜੀ ਆ ਜਾਓ, ਕੀ ਹਾਲ ਹੈ? ਠੀਕ ਹੈ ਜੀ, ਵਧੀਆ। ਕਿੱਥੋਂ ਆਏ ਹੋ? ਅਸੀਂ ਜੀ ਕੁਰਸ਼ੇਤਰ ਜ਼ਿਲ੍ਹਾ ਭੇਵੇ ਤੋਂ। ਬੜੀ ਦੂਰੋਂ ਆਏ ਹੋ? ਹੈ ਹਾਂਜੀ, ਹਮੇਸ਼ਾ ਆਉਂਦੇ ਹੋ ਮੇਲਿਆਂ ਤੇ? ਹਾਂਜੀ, ਹਰ ਮੇਲੇ ਤੇ ਆਉਂਦੇ ਆ ਜੀ। ਮਤਲਬ ਤੁਹਾਨੂੰ ਲੱਗਦਾ ਫਾਇਦਾ ਹੁੰਦਾ ਮੇਲਿਆਂ ਦਾ? ਹਾਂਜੀ ਹੁੰਦਾ ਜੀ ਫਾਇਦਾ, ਬੀਜਾਂ ਦੇ ਬਾਰੇ ਹੋਰ ਸਾਰੀ ਬਥੇਰੀ ਜਾਣਕਾਰੀ ਮਿਲ ਜਾਂਦੀ ਹੈ। ਫਸਲ ਕਿਵੇਂ ਆ? ਫਸਲ ਠੀਕ ਹੈ ਜੀ, ਵਧੀਆ। ਹਾਂਜੀ, ਬਾਸਮਤੀ ਲਾਉਂਦੇ ਹੋ ਕਿ ਪਰਮਲ? ਸਾਡੇ ਤਾਂ ਜਿਆਦਾ ਬਾਸਮਤੀ ਲਾਉਂਦੇ ਆ ਜੀ, ਪਰਮਲ ਵੀ ਥੋੜੀ ਬਹੁਤੀ ਲਾਉਂਦੇ ਆ ਜੀ। ਐਤਕੀ ਤਾਂ ਰੇਟ ਚੰਗਾ? ਹਾਂਜੀ, ਰੇਟ ਠੀਕ ਹੈ ਜੀ, ਐਤਕੀ ਬੱਲੇ ਬੱਲੇ ਹੀ ਆ। ਠੀਕ ਹੈ। ਬਾਕੀ ਕਹਿੰਦੇ ਨਹੀਂ ਹੁੰਦੇ ਵੀ ਕਿਸਾਨ ਦੀ ਫਸਲ ਤਾਂ ਨਾ ਘਰ ਆਏ ਦੀ ਆ। ਹਾਂਜੀ, ਘਰ ਆ ਗਈ ਜੀ, ਫਿਰ ਆਪੇ ਹੀ ਉਹਦੇ ਨਾਲ ਹੀ ਖੁਸ਼ੀਆਂ ਜੀ, ਫਸਲ ਨਾਲ ਹੀ। ਬਾਰਸ ਬਹੁਤ ਪਈ ਆ ਸਾਡੇ, ਹਾਂ ਤੈਨੂੰ ਕੱਢ ਤੇ ਕਿਆਰੇ ਭਰ ਬਾਰਸ ਪਈ ਆ। ਇਹਨਾਂ ਦਿਨਾਂ 'ਚ ਸਭ ਤੋਂ ਜ਼ਿਆਦਾ ਡਰ ਇਸ ਚੀਜ਼ ਤੋਂ ਲੱਗਦਾ। ਬਾਕੀ ਪੱਕੀ ਹੈ ਜਿਵੇਂ ਫਸਲ, ਡਰ ਤੇ ਹੈ ਹੀ ਆ, ਫਿਰ ਵੀ ਸਾਰਾ ਕੰਮ ਕੀਤਾ ਕਰਾਇਆ, ਫਿਰ ਆਣ ਕੇ ਅਖੀਰ ਦੇ ਵਿੱਚ ਜੇ ਕੋਈ ਹੋ ਜਾਏ ਤੇ ਫਿਰ ਕਿਸਾਨ ਤੇ ਇਹਦੇ ਸਿਰ ਤੇ ਹੀ ਆ। ਹਵਾ ਬੰਦ ਰਹੀ, ਹਵਾ ਕਰਕੇ ਠੀਕ ਹੈ, ਵੈਸੇ ਨਿਸਰ ਗਈਆਂ ਪੂਰੀ ਵੀ ਠੀਕ ਨਿਕਲੇਗਾ ਝਾੜ। ਕਿਹੜੀ ਵੈਰਾਈਟੀ ਲਾਉਂਦੇ ਹੋ? ਅਸੀਂ ਜੀ ਜ਼ਿਆਦਾ 17-18 ਬਾਸਮਤੀ 'ਚ, ਤੇ ਬਾਕੀ PR ਦੇ ਵਿੱਚ ਆਪਣਾ 326 ਹਾਂ, ਇਸ ਤਰ੍ਹਾਂ ਕਰਕੇ ਜੀ। 27 ਇੱਕ ਉਹ ਲਾਈ ਆ ਜੀ ਆਪਣਾ ਯਾਨੀ ਕੁੱਲ ਮਿਲਾ ਕੇ ਤੁਸੀਂ ਐਤਕੀ ਹੌਸਲੇ ਚੋਂ ਵੀ ਭਾਈ ਜਿਹੜੇ ਹਿਸਾਬ ਦਾ ਬਿਲਕੁਲ ਜੀ, ਹਾਂ ਠੀਕ ਹੈ ਜੀ। ਬਿਲਕੁਲ ਦੇਖੋ ਇਦਾਂ ਹੀ ਚਾਹੀਦਾ ਹੈ ਨਾ, ਜਿਹੜੀ ਐਡਾ ਸੰਘਰਸ਼, ਐਡੀ ਮਿਹਨਤ, ਇੰਨਾ ਗਰਮੀਆਂ ਦੇ ਵਿੱਚ ਜਿਹੜਾ ਕਿਸਾਨਾਂ ਦੀ ਤਪੱਸਿਆ ਆ, ਉਹਦਾ ਮੁੱਲ ਜੇ ਸਹੀ ਪਊਗਾ ਨਾ ਤਾਂ ਹੀ ਜਿਹੜਾ ਆਪਾਂ ਕਹਾਂਗੇ ਕਿ ਕੁਦਰਤ ਵੱਲੋਂ ਤੇ ਸਰਕਾਰਾਂ ਵੱਲੋਂ ਇਨਸਾਫ ਹੈ। ਸੋ ਇਸ ਪਾਸੇ ਤੁਹਾਨੂੰ ਦਿਖਾਉਣੇ ਆ ਜੀ ਸਟਾਲ ਲੱਗਿਆ ਹੋਇਆ ਬਾਇਰ ਦਾ। ਆ ਬਾਈ ਜੀ ਇੱਕ ਮਿੰਟ ਦਿਓ ਥੋੜਾ ਜਿਹਾ। ਇਸ ਵੇਲੇ ਚੱਲ ਰਿਹਾ ਮੌਸਮ ਸਪਰੇਹਾਂ ਦਾ। ਕਿਸਾਨ ਜਿਹੜੇ ਨੇ ਉਹ ਕਿਸੇ ਦੇ ਤੇਲਾ ਪੈ ਰਿਹਾ, ਕਿਸੇ ਦੇ ਫੰਗਸ ਪੈ ਰਹੀ ਹੈ, ਤੇ ਬਾਇਰ ਦਾ ਸਟਾਲ ਲੱਗਿਆ ਹੋਇਆ। ਚੋਟੀ ਦੀਆਂ ਕੰਪਨੀਆਂ ਦੀ ਜਦੋਂ ਗੱਲ ਹੁੰਦੀ ਆ, ਸਜੰਟਾ, ਬਾਇਰ, ਨਟੀਵੋ, ਜਿਹੜਾ ਹੁਣ ਕਿਸਾਨਾਂ ਦੇ ਜਿਹੜਾ ਮੂੰਹਾਂ ਤੇ ਰਟਿਆ ਹੋਇਆ ਨਾਂ ਹੈ। ਬਾਈ ਜੀ ਇੱਕ ਗੱਲ ਦੱਸੋ, YouTube ਦੇ ਉੱਤੇ, Facebook ਦੇ ਉੱਤੇ ਬਹੁਤ ਵੀਡੀਓਜ਼ ਹੁਣ ਇਹ ਪੈ ਰਹੀਆਂ ਨੇ, ਅਸੀਂ ਫਲਾਣੀ ਦਵਾਈ ਇੰਨੇ ਦੀ ਦੇ ਦਿਆਂਗੇ, ਅਸੀਂ ਇੰਨੇ ਦੀ ਦੇ ਦਿਆਂਗੇ, ਤੁਸੀਂ ਕੰਪਨੀ ਵਾਲੇ ਬੈਠੇ ਹੋ। ਮਤਲਬ ਉਹ ਇੰਨਾ ਕੁ ਫਰਕ ਦੱਸ ਦਿੰਦੇ ਨੇ ਵੀ
ਮਤਲਬ ਅਗਲਾ ਕਹਿੰਦਾ ਯਾਰ ਮੈਨੂੰ ਜਿਹੜਾ ਦੁਕਾਨਦਾਰ ਨਾਲ ਮੈਂ 10 ਸਾਲ ਦਾ ਵਰਤਦਾ ਲੁੱਟ ਰਿਹਾ, ਕੀ ਸੱਚਾਈ ਆ? ਕੀ ਦਵਾਈਆਂ ਸੱਚੀਓ ਇੰਨੇ ਮਾਰਜਨ ਤੇ ਹੁੰਦੀਆਂ ਨੇ ਕਿ? ਵੀਰੇ ਮਾਰਜਨ ਵਾਲੀ ਗੱਲ ਕਰੀਏ, ਦੇਖੋ ਜਿਹੜਾ ਕੋਈ ਮੰਨ ਲਓ ਬ੍ਰਾਂਡ ਪ੍ਰੋਡਕਟ ਹੈ ਨਾ, ਉਹਦੇ ਅੰਦਰ ਮਾਰਜਨ ਇੰਨਾ ਡਾਊਨ ਹੋ ਗਿਆ ਅੱਜ ਵੀ ਜੀ ਜਿਹੜੇ ਮੰਨ ਲਓ ਦੁਕਾਨਦਾਰ ਨੇ ਉਹ ਇਹਨਾਂ ਨੂੰ ਵੇਚਣਾ ਨਹੀਂ ਚਾਹੁੰਦੇ, ਇੱਕ ਮਜਬੂਰੀ ਕਰਕੇ ਬ੍ਰਾਂਡ ਜ਼ਿਮੀਦਾਰ ਮੰਗਦਾ, ਵੇਚਣਾ ਪੈਂਦਾ ਉਹਨੂੰ। ਹੁਣ ਜੇ ਰੇਟ ਦੀ ਗੱਲ ਕਰੀਏ ਤਾਂ 7500 ਰੁਪਏ ਕੰਪਨੀ ਬਿੱਲ ਕਰਦੀ ਆ। 7500 ਰੁਪਏ ਨੂੰ ਇਹ ਦੱਸ ਦਿਓ ਵੀ ਕਿਹੜਾ ਡਿਸਟ੍ਰੀਬਿਊਟਰ ਵੇਚਦਾ। ਆਪਾਂ ਹੱਦ ਜ਼ਿਮੀਦਾਰ ਨੂੰ ਇੱਥੋਂ ਦੱਸ ਦਿੰਦੇ ਆ, ਜ਼ਿਮੀਦਾਰ ਨੂੰ ਦੱਸ ਦਿੰਦੇ ਆ ਵੀ ਜਿਹੜਾ ਬੰਦਾ ਮੰਨ ਲਓ 66-6700 ਰੁਪਏ ਵੇਚ ਰਿਹਾ, ਉਹ ਜੈਨੂਨ ਰੇਟ ਕਹਿ ਸਕਦੇ ਆਪਾਂ ਵੀ 6600-6700 ਰੁਪਏ ਜੈਨੂਨ ਰੇਟ ਮੰਨ ਸਕਦੇ ਆ। ਹੁਣ ਚੱਕਰ ਕੀ ਆ, ਤੁਸੀਂ ਕਹਿੰਦੇ ਡਾਊਨ ਰੇਟ ਦੇ ਵਿਕ ਰਹੀਆਂ ਨੇ, ਡਾਊਨ ਰੇਟ ਦੇ ਅੰਦਰ ਤਾਂ ਹੁਣ ਇਹੋ ਜਿਹੇ ਕੈਮੀਕਲ ਵੀ ਵਿਕ ਰਹੇ ਨੇ ਜਿਹੜਾ 1000 ਰੁਪਏ ਲੀਟਰ ਉਹ 5000 ਰੁਪਏ ਲੀਟਰ ਵੀ ਵਿਕ ਰਿਹਾ। ਇਹੀ ਸਮਝਣਾ ਬਾਈ ਕਹਾਣੀ ਕੀ ਹੈ ਇਹ। ਤੁਸੀਂ ਜਦੋਂ ਦੁਕਾਨਦਾਰ ਨੂੰ ਕਹਿੰਦੇ ਹੋ ਬਿੱਲ ਕੱਢ ਕੇ ਦਿਖਾਉਂਦਾ 7000 ਤੋਂ ਉੱਪਰ ਦਾ, ਵੇਚ ਉਹ ਵੀ 6500-6700 ਦੀ ਦੇ ਦਿੰਦਾ ਚੀਜ਼ ਨੂੰ। ਮੇਰੇ 7500 ਰੁਪਏ ਲੈ ਰਹੇ ਨੇ ਇਹ, ਜ਼ਿਮੀਦਾਰ ਹੁਣ 4000 ਦੀ ਵੇਚਦੇ ਆ, ਦੁਕਾਨਦਾਰ 4000 ਦੀ ਵੇਚਦੇ। ਅਸੀਂ ਦੁਕਾਨਦਾਰ ਨੂੰ ਥੋੜੀ ਨਾ ਕਹਿ ਸਕਦੇ 7500 ਵੇਚ ਰਿਹਾ, ਉਹ ਕਹਿੰਦਾ ਮੈਂ ਤਾਂ ਦੂਸਰੇ ਪਾਸੋਂ ਮਾਰਜਨ ਲੈ ਰਿਹਾ ਬਾਈ। ਦੱਸੋ ਇਹਦਾ ਅਸੀਂ ਕੀ ਕਰੀਏ? ਹੋਰ ਚੀਜ਼ਾਂ ਚੋਂ ਕਮਾ ਰਹੇ, ਚੀਜ਼ਾਂ ਚੋਂ ਮਾਰਜਨ ਕਾਫੀ ਨੇ ਉਹਨਾਂ ਨੂੰ। चीज़ और भी है कि ਇੱਕ ਮਿੰਟ ਮੈਂ ਆਉਣਾ ਤੁਹਾਡੇ ਕੋਲੇ ਆਉਣਾ। एक इसमें और भी बात है, जैसे कि हम बात कर रहे हैं ना जिम्मेदार को नेटिवो या कोई भी और प्रोडक्ट बायर के आप बोल रहे हो कि वो कम प्राइस में मिलते हैं मार्केट के अंदर। इसमें जैसे कि इसने भी बताया कि एक तो वो दूसरे दवाइयों की तरफ कन्वर्ट करके दूसरे में मार्जिन ले लेते हैं। जो ब्रांड है उस ब्रांड के ऊपर वो 200 रुपये कम कर लिया, जो अनेबल ब्रांड है उसके साथ वो 200 एडिशनल कर देते हैं या 300 उसमें कमा लेते हैं। थर्ड पार्ट ये भी है कि जो डिस्ट्रीब्यूटर कुछ ऐसे भी जो हमारे ऑथराइज्ड नहीं है मार्केट के अंदर, अभी डुप्लीकेट दवाइयाँ जो ब्रांडेड हैं, वो चाहे किसी भी कंपनी अच्छी कंपनीज की हो, जो ब्रांडेड आइटम है वो मार्केट के अंदर डुप्लीकेट डी ग्रेड का मटेरियल अवेलेबल है, वो चाहे 1000 रुपये किलो का चाहे 500 रुपये किलो का, वो लेकिन फार्मर को 6000 रुपये बेच रहे हैं और चाहे वो 6500 में बेच रहे हैं, क्योंकि उनको तो प्रॉफिट वहीं से आना है एटलीस्ट। तो हमें भी नहीं होता, क्योंकि जो डुप्लीकेट बनाने वाले हैं सेम एज इट ये ब्रांड बना के आपको देंगे, सब कुछ सेम बन जाता है। ਅੱਛਾ ਇੱਕ ਇਸ ਵਾਰੀ ਨਾ ਦਿੱਕਤਾਂ ਬਹੁਤ ਆਈਆਂ ਝੋਨੇ ਨੂੰ, ਹੈ ਨਾ। ਕਿਸੇ ਦੇ ਤਾਂ ਬੂਟੇ ਛੋਟੇ ਰਹਿ ਗਏ, ਕਿਸੇ ਦੇ ਫੰਗਸ ਆ ਗਈ, ਕਿਸੇ ਦੇ ਹੁਣ ਕਹਿੰਦੇ ਆ ਵੀ BLB ਆ ਗਈ, ਪੱਤੇ ਉੱਪਰੋਂ ਜਿਹੜੇ ਝੁਲਸਣ ਲੱਗ ਗਏ ਨੇ। ਕੀ ਕਾਰਨ ਕੀ ਆ ਤੇ ਤੁਹਾਡੇ ਪ੍ਰੋਡਕਟ ਜਿਹੜੇ ਆ ਕਿਹੜਾ ਪ੍ਰੋਡਕਟ ਉਹਨਾਂ ਦੇ ਉੱਤੇ ਕੰਮ ਕਰ ਰਿਹਾ? देखिए ਜਿਹੜੀ ਇਹ ਬੂਟੇ ਜਿਹੜੀ ਬੋਨੇਪਨ ਦੀ ਸ਼ਿਕਾਇਤ ਸੀਗੀ ਬੂਟੇ ਦੀ ਆਪਾਂ ਗੱਲ ਕਰੀਏ ਤੇ ਜਿਹੜੀ ਯੂਨੀਵਰਸਿਟੀ ਦੇ ਸਾਇੰਟਿਸਟ ਨੇ ਜਾਂ IARI ਦੇ ਜਿਹੜੇ ਸਾਇੰਟਿਸਟ ਨੇ ਉਹਨਾਂ ਨੇ ਇੱਕ ਚੀਜ਼ ਕੱਢੀ ਹੈ ਕਿ ਜਿਸ ਟਾਈਮ ਤੇ ਜਿਹਦੀ ਅਰਲੀ ਬਿਜਾਈ ਹੁੰਦੀ ਸੀ ਨਾ, ਜਿੱਥੇ ਜਿਹਨੇ ਅਰਲੀ ਬਿਜਾਈ ਕੀਤੀ ਹੈ ਅਗੇਤੀ ਲੱਗਿਆ ਹੋਇਆ ਜਿੱਥੇ, ਉੱਥੇ ਕੀ ਹੋਇਆ WBPS ਦਾ ਅਟੈਕ ਸੀਗਾ ਉਸ ਟਾਈਮ ਤੇ। WBPS के अटैक ਤੇ ਨਾ ਜਿਹੜਾ ਵਾਇਰਸ ਆਇਆ, ਕਿ ਨਾਮ ਦਾ ਜਿਹੜਾ ਵਾਇਰਸ ਆਇਆ ਸੀ ਪੈਡੀ 'ਚ, ਉਹ ਇੱਕ ਵੈਕਟਰ ਬਣਿਆ ਸੀ ਇੱਕ ਖੇਤ ਤੋਂ ਦੂਜੇ ਖੇਤ ਨੂੰ ਪਹੁੰਚਾਉਣ ਲਈ। WBPS ਉਹ ਵੈਕਟਰ ਸੀਗਾ ਉਸ ਟਾਈਮ ਤੇ, ਉਹ ਜਿਹੜਾ ਵੈਕਟਰ ਕੰਟਰੋਲ ਕਰ ਗਏ, ਉੱਥੇ ਆਪਾਂ ਪ੍ਰੋਬਲਮ ਨਹੀਂ ਹੈ, ਘੱਟ ਹੈਗੀ। ਜਿਨ੍ਹਾਂ ਨੇ ਪਛੇਤੀ ਬੀਜੀ ਉਹਨਾਂ ਦੇ ਖੇਤਾਂ 'ਚ ਇਹ ਪ੍ਰੋਬਲਮ ਘੱਟ ਹੈਗੀ ਹੈ, ਜਿਨ੍ਹਾਂ ਨੇ ਅਗੇਤੀ ਬੀਜੀ ਹੈ ਉਹਨਾਂ ਦੇ ਉੱਥੇ ਇਹ ਪ੍ਰੋਬਲਮ ਹੈਗੀ ਹੈ। ਹੁਣ ਦਿੱਕਤ ਆ ਰਹੀ ਹੈ, ਬੂਟਾ ਹੀ ਸੁੱਕ ਰਿਹਾ। ਹੁਣ ਜਿਹੜੀ ਬੂਟੇ ਸੁੱਕ ਰਹੇ ਉਹਦੇ ਵਿੱਚ ਦੇਖੋ ਕਈ ਸਾਰੀ ਪ੍ਰੋਬਲਮ ਹੋ ਸਕਦੀਆਂ। ਇੱਕ ਤਾਂ ਸੀਤ ਬਲਾਈਟ ਦੀ ਵੀ ਸਮੱਸਿਆ ਹੈਗੀ ਮਾਰਕੀਟ 'ਚੋਂ ਇਹ ਖੇਤਾਂ ਦੇ ਵਿੱਚ, ਤੇ ਆਪਾਂ ਨਾਲ ਦੇ ਨਾਲ ਆਪਾਂ ਗੱਲ ਕਰੀਏਗਾ ਤਾਂ ਤੇਲੇ ਦੀ ਵੀ ਸ਼ਿਕਾਇਤ ਹੈਗੀ ਹੈ। ਲੇਕਿਨ ਉਹ ਜ਼ਿਮੀਦਾਰ ਨੂੰ ਦੇਖਣਾ ਪੈਣਾ, ਜਾਂ ਅੱਛੇ ਜਿਹੜੇ ਐਗਰੀਕਲਚਰ ਵਾਲੇ ਗ੍ਰੈਜੂਏਟ ਬੰਦੇ ਨੇ ਜਾਂ ਸਾਇੰਟਿਸਟ ਨੇ ਜਿਹੜੇ ਕੰਪਨੀ ਦੇ ਵੱਲੇ ਨੇ, ਅੱਛੇ ਐਗਰੋਨੋਮਿਸਟ ਨੇ, ਉਹਨਾਂ ਨਾਲ ਗੱਲ ਕਰਕੇ ਖੇਤ ਨੂੰ ਚੰਗੀ ਤਰ੍ਹਾਂ ਚੈੱਕ ਕਰਵਾ ਕੇ ਫਿਰ ਉਹਨਾਂ ਦਾ ਸੋਲੂਸ਼ਨ ਹੋ ਸਕਦਾ ਹੈ। ਜਿਹੜੀ ਦਵਾਈ ਦਾ ਰਿਕਮੈਂਡੇਸ਼ਨ ਯੂਨੀਵਰਸਿਟੀ ਵੱਲੋਂ ਹੈਗੀ ਉਹੀ ਦਵਾ ਉਹਨਾਂ ਨੂੰ ਪਾਣੀ ਚਾਹੀਦੀ ਆ। लेकिन काफ़ी सारे किसान ऐसे हैं जिहड़ी दवाई की रिकमेंडेशन नहीं भी होंगी वो भी पा लेंदे हैं, तो भी वो शरीर ਨੂੰ ਕਿਸੇ ਨਾ ਕਿਸੇ तरह से ਨੁਕਸਾਨ ਕਰਦੀ ਹੈ। ਇੱਕ ਲੋਕ ਬੜੇ ਨਾ ਲੋਕ ਇਹ ਕਹਿੰਦੇ ਨੇ, ਕਹਿੰਦੇ ਜੀਰੀ ਨਿਸਰ ਗਈ ਸਾਡੀ ਝੁਕਣ ਲੱਗ ਗਈ ਵੀ ਫਿਰ ਹੁਣ ਸਾਨੂੰ ਫੰਗੀਸਾਈਡ ਪਾਉਣ ਦੀ ਲੋੜ ਨਹੀਂ ਹੈਗੀ। फंगीसाइड क्यों पाना चाहिए निसारे तो बाद भी? देखिए निसारे के बाद में ये डिपेंड करता है वैरायटी टू वैरायटी, और दूसरे बाद ये डिपेंड करता है कि मान लो कोई ऐसी वैरायटी लगाई हो जिसमें सीड प्लाइट का अटैक आ गया, तो अगर बीमारी आ गई है उस टाइम पे, अगर मिल्किंग स्टेज में आपकी क्रॉप है और उस टाइम पे अगर सीड ब्लाइट या लीफ ब्लास्ट या अदर कोई मतलब डिजीज़ आती है तो उस पत्ते झुलसते हैं, तो उसमें क्या ईल्ड के ऊपर इम्पैक्ट आएगा। क्योंकि जो फ्लैग लीव है यानी कि जो झंडा पत्ता है जिससे फोटोसिंथेसिस से पौधा भोजन बनाता है, अगर वो पत्ता ही सूखा रह गया तो क्रॉप भोजन कहाँ से बनाएगा पौधा। और फिर जो ईल्ड है वो नीचे कहते हैं ना फूक के दाने खाली रह जाते हैं, ईल्ड दाना जो है वो हल्का कालापन होता है, उसमें शाइनिंग नहीं आती है। या मान लो आप जैसे कि जो अदर बीमारियां आती हैं, अगर वो उस टाइम पे फंगीसाइड की स्प्रे नहीं करता है फार्मर तो उसको नुकसान होने के चांसेस ज़्यादा होते हैं। ईल्ड के ऊपर टोटली इंपैक्ट डायरेक्टली आता है। ਹੁਣ ਨਾ ਝੋਨੇ ਦਾ ਬਹੁਤ ਸ਼ੁਕਰੀਆ ਤੁਸੀਂ ਜਿਹੜੀ ਜਾਣਕਾਰੀ ਦਿੱਤੀ ਆ। ਝੋਨੇ ਦਾ ਕੰਮ ਇਹੋ ਜਿਹਾ ਕੰਮ ਹੋ ਗਿਆ ਕਿ ਤੁਹਾਨੂੰ ਹਰ ਦਿਨ ਫਸਲ ਕੋਲ ਜਾਣਾ ਪੈਂਦਾ। ਇੱਕ ਦਿਨ ਤੁਸੀਂ ਲੇਟ ਹੋ ਗਏ ਤੁਹਾਡੇ ਖੇਤ 'ਚ ਬਿਮਾਰੀ ਵੱਧ ਜਾਣੀ ਹੈ। ਤੇ ਵੱਡੀ ਗੱਲ ਇਹ ਆ ਕਿ ਘਰਾਂ ਦੇ ਵਿੱਚ ਜਿਹੜੀ ਅਗਲੀ ਪੀੜ੍ਹੀ ਆ ਨਾ ਉਹ ਦਵਾਈਆਂ ਦੇ ਬਾਰੇ ਜਿਹੜੀ ਆ ਜ਼ਰੂਰ ਜਾਗਰੂਕ ਹੋ ਰਹੀ ਆ, ਨੌਲੇਜ ਵੀ ਰੱਖ ਰਹੀ ਆ, ਨਾਵਾਂ ਦੇ ਬਾਰੇ ਪਤਾ। ਹੁਣ ਉਹਨਾਂ ਦਾ ਆਪਣੇ ਘਰਾਂ ਦੇ ਵਿੱਚ ਵੀ ਕਈ ਵਾਰੀ ਮਤਭੇਦ ਹੋ ਜਾਂਦਾ
ਪਿਓ ਦਾਦੇ ਦੇ ਨਾਲ ਉਹ ਕਹਿੰਦੇ ਨੇ ਕਿ ਆਹ ਦਵਾਈ ਕਰਨੀ ਆ, ਉਹ ਕਹਿੰਦਾ ਨਹੀਂ ਆਪਾਂ ਫਲਾਣੇ ਦੁਕਾਨਦਾਰ ਕੋਲ ਜਾਂਦੇ ਆ, ਉਹੀਓ ਲੈਣੀ ਆ। ਸੋ ਇਹ ਚੀਜ਼ਾਂ ਜਿਹੜੀਆਂ ਨੇ ਹੁਣ ਅਵੇਅਰ ਜ਼ਰੂਰ ਹੋ ਰਿਹਾ ਕਿਸਾਨ, ਪਰ ਦੂਜੇ ਬੰਨੇ 2 ਨੰਬਰ ਦਾ ਕੰਮ ਜਿਹਨੂੰ ਆਪਾਂ ਕਹਿੰਦੇ ਆ ਕਿ ਫਰਾਡ ਜਿਹੜਾ ਆ ਉਹ ਵੀ ਨਾਲੋਂ ਨਾਲ ਚੱਲਦਾ। ਜਿਵੇਂ ਦੇਖੋ ਉਹਨਾਂ ਨੇ ਕਿਹਾ ਨਾ ਕਿ ਕੰਪਨੀ 7000 ਦੀ ਚੀਜ਼ ਵੇਚਦੀ ਆ, ਦੁਕਾਨਦਾਰੀ 6500 ਦੀ ਵੇਚਦਾ, 5000 ਕੋਲੋਂ ਪਾਉਂਦਾ। ਸਮਝ ਤੋਂ ਬਾਹਰ ਹੈ ਕਿ ਇਹ ਜਿਹੜਾ ਮਾਰਕੀਟਿੰਗ ਆ ਇਹ ਕਿਸ ਤਰੀਕੇ ਹੋ ਰਹੀ ਆ। ਬੰਦਾ ਦੁਕਾਨ ਤੇ ਬਹਿ ਕੇ 500 ਕੋਲੋਂ ਪਾ ਕੇ ਚੀਜ਼ ਵੇਚ ਰਿਹਾ, ਉਹ ਖੱਟਦਾ ਕੀ ਆ, ਸੋਚਣਾ ਪਊਗਾ। ਦੋਸਤੋ ਜਦੋਂ ਕਿਸਾਨੀ ਅੰਦੋਲਨ ਹੋਇਆ ਨਾ ਤਾਂ ਪੰਜਾਬ ਦੇ ਲੋਕਾਂ ਦੇ ਵਿੱਚ ਆਪਸੀ ਸਾਂਝ ਬਹੁਤ ਵਧੀ ਸੀਗੀ। ਬਹੁਤ ਕੁਝ ਲੋਕਾਂ ਨੂੰ ਜਿਹੜਾ ਹੈ ਆਪਣਾ ਤਿਆਗਣਾ ਵੀ ਪਿਆ, ਕਿਉਂਕਿ ਲੜਾਈ ਇੱਕ ਵੱਡੀ ਲੜਾਈ ਸੀਗੀ ਜਿਹਦੇ 'ਚ ਹਰ ਇੱਕ ਬੰਦੇ ਦਾ ਯੋਗਦਾਨ ਬੜਾ ਅਹਿਮ ਸੀਗਾ। ਖੈਰ ਉਹ ਮਿਹਨਤਾਂ ਮੁਸ਼ੱਕਤਾਂ ਬਹੁਤ ਕੁਝ ਜਿਹੜਾ ਕੁਰਬਾਨ ਵੀ ਕਰਨਾ ਪਿਆ, ਉਹ ਸਭ ਦਾ ਨਤੀਜਾ ਜਿਹੜਾ ਆ ਉਹ ਸਕਾਰਾਤਮਕ ਨਿਕਲਿਆ। ਮੇਰੇ ਨਾਲ ਨੌਜਵਾਨ ਨੇ 2, ਉਸੇ ਦੌਰ ਦੇ ਵਿੱਚ ਇਹਨਾਂ ਨੇ ਆਪਣੀ ਜਿਹੜੀ ਸਰਕਾਰੀ ਨੌਕਰੀ ਛੱਡੀ ਆ। ਬਾਈ ਉਹਨਾਂ ਦੇ ਨਾਲ ਹੀ ਗੱਲਬਾਤ ਕਰਦੇ ਆ। सत श्रीकाल भाई। सत श्रीकाल भाई जी, आपको और आपके सारे दर्शकों को हमारी तरफ से हार्दिक अभिनंदन, नमस्कार। दसो कि ਕਿੱਥੇ ਜੌਬ ਕਰਦੇ ਸੀਗੇ ਹੈ ਨਾ, ਤੇ ਉਦੋਂ ਜਦੋਂ ਕਿਉਂਕਿ ਜਿਵੇਂ ਮੈਂ ਕਿਹਾ ਕਿ ਬਹੁਤ ਲੋਕਾਂ ਨੇ ਬਹੁਤ ਕੁਝ ਤਿਆਗਿਆ ਆਪਣਾ, ਤੁਸੀਂ ਕਿਹੜੇ ਸੈਕਟਰ ਸੀਗੇ ਤੇ ਆਪਣੀ ਨੌਕਰੀ ਛੱਡੀ है ਜਿਹੜੀ, ਉਹਦੇ बारे दसो। जी मैं पहले रक्षा मंत्रालय में सीनियर ऑडिटर था। उस वक्त मेरे साथ 3 साथी और थे मेरे, जो अलग अलग गवर्नमेंट जॉब में थे। एक साथी था जो वो असिस्टेंट प्रोफेसर था फिजिक्स का, एक हमारे साथ हमारी भाभी जी थी, वो केमिस्ट्री की लेक्चरर थी। मतलब हम 4 साथी थे जो अलग अलग डिपार्टमेंट में थे, लेकिन इकट्ठे पढ़े हुए थे, इकट्ठे अलग अलग डिपार्टमेंट में चले गए थे। तब वहाँ से कहीं ना कहीं जब ये किसान आंदोलन शुरू हुआ तो उस वक्त मैं अगर सच बताऊँ तो मतलब जब मेरी गवर्नमेंट जॉब लगी तो मैंने मेरे फादर साहब की खेती बाड़ी छुड़वा दी थी। अच्छा। लेकिन जब ये किसान आंदोलन शुरू हुआ तो मैंने गवर्नमेंट जॉब छोड़ के खेती बाड़ी शुरू की। कहने की समझ में आया था कि हम हमारी जो जड़ें हैं उनसे दूर नहीं भाग सकते। तो वहाँ से मैं समझ में आया था कैसे हम भाई अगर पढ़ा लिखा नौजवान, पढ़ा लिखा किसान का बेटा ही खेतीबाड़ी छोड़ देगा तो आगे क्या होगा। तो वहाँ से मैं समझ में आया था कि कैसे हम एक किसान की हेल्प कर सकते हैं। किसान की किन्हें प्रॉब्लम क्या, सबसे बड़ी किसान की ये थी कि उसे मार्केटिंग करनी नहीं आती, सबसे बड़ी बात ये है। और मार्केटिंग करने में कोई हेल्प भी नहीं कर रहा उसकी। हमारे देश को आज़ाद हुए अगर 75 साल हो चुके हैं, तब तक अगर सरकार को अगर करना होता तो कर चुकी होती वो। तो वहाँ से हमें समझ आया कैसे हम किसान की हेल्प कर सकते हैं। तब हमने हमारी खुद की एक मोबाइल ऐप वेबसाइट लॉन्च की थी, हमने खुद बनाई थी इस चीज़ को ताकि हम किसानों की हेल्प कर पाएँ। तो हमने हमारा पहला फेज़ शुरू किया था, वो था हमारा फार्मर टू डायरेक्ट फार्मर। हमारी मोबाइल ऐप वेबसाइट का नाम है F2DF किसान की ऑनलाइन दुकान। तो F2DF का पहला फेज़ था वो था फार्मर टू डायरेक्ट फार्मर, जहाँ पे किसान साथी आपस में अपने पशु खरीद बेच पाएँ, एग्रीकल्चर का जो सेकेंड हैंड सामान है वो खरीद बेच पाएँ, पशु चारा खरीद बेच पाएँ, आपस में चीज़ों को रेंट पे लेना देना है वो कर पाएँ। क्योंकि अब प्रॉब्लम क्या है, जैसे अगर हमारा किसान साथी है एक, वो अपने एग्रीकल्चर के सामान को बेचने जा रहा है तो उसको उसका अच्छा प्राइस नहीं मिल रहा, और हम ही अगर हम कहीं से खरीदने के जा रहे हैं तो हमें वो महंगा मिलता है। ਹੋਰ ਵੀ ਹੈ ਨਾ ਸਾਡੇ ਲੋਕਾਂ ਦੇ ਵਿੱਚ ਅਸੀਂ ਕੋਈ ਚੀਜ਼ ਵੇਚਣੀ ਆ, ਅਸੀਂ ਬੜਾ ਘੱਟ ਆਪਣੇ ਲੋਕਾਂ ਦੇ ਨਾਲ ਸਲਾਹ ਕਰਦੇ ਆ ਨਾ। ਮਤਲਬ ਉਹ ਜਾ ਕੇ ਬਾਜ਼ਾਰ ਦੇ ਵਿੱਚ ਜਾ ਕੇ ਜਾਂ ਕਹਿ ਲਓ ਕਿਤੇ ਕਬਾੜੀਏ ਕੋਲ ਜਾ ਕੇ ਅਸੀਂ ਚੁੱਪ ਕਰਕੇ ਵੇਚ ਦਿੰਦੇ ਆ। मतलब ਅਸੀਂ महंगी चीज़ ਨੂੰ सस्ते भाव ਵੇਚ आने। बिल्कुल, हम महंगी चीज़ को सस्ते में बेचते हैं और सस्ती चीज़ को महंगे रेट में खरीदते हैं। अगर मैं भैंस की बात भी करूँ, आपके गाँव में भैंस है आपको पता नहीं है, आप हरियाणा का किसान साथी राजस्थान में, पंजाब में जा रहा है, पंजाब का वहाँ जा रहा है, जबकि हमारे गांव में हमें पता ही नहीं होता। सबसे बड़ी बात क्या है, हमें नॉलेज नहीं है हमारे आसपास की, क्योंकि हमारे जो बड़े बुजुर्ग थे ना वो आपस में संगठित थे, उनको पता होता था कहाँ क्या चीज़ मिलेगी, लेकिन अब हमें पता नहीं है, जिसका नुकसान हमें हो रहा था। लेकिन अब टेक्नोलॉजी का ज़माना है, तब हमने ये शुरुआत की थी कि कैसे हम किसान की हेल्प करें बस। तो हमने जब इस प्लेटफॉर्म को बनाया तो F2DF का पहला फेज है वो सक्सेसफुल हुआ। कहीं ना कहीं 4 लाख किसान साथी आज हमारे साथ जुड़े हुए हैं, जो आपस में अपने पशु खरीद बेच रहे हैं, एग्रीकल्चर का सेकेंड हैंड सामान है वो खरीद बेच रहे हैं, पशु चारा खरीद बेच रहे हैं। फिर उसके बाद रिसेंटली 2 महीने पहले हमने हमारा दूसरा फेज शुरू किया, वो था फैक्ट्री टू डायरेक्ट फार्मर। हम सीधा कंपनी के पास जा रहे हैं, क्योंकि कंपनी को सामान बेचना होता है बस। हम कंपनी के पास जा रहे हैं, उसको बोल रहे हैं आप डायरेक्ट हमें दो, हम किसान के पास पहुंचाएंगे। तब हम यहाँ पे जो सीड है, जो पेस्टिसाइड है, जो हर्बिसाइड है, जो एग्रीकल्चर की छोटी मशीनरी है, ये हम उनसे लेके, जैसे एनिमल फीड है वो हम सीधा कंपनी से या किसान के घर पहुँचा दिया, ताकि उसको बिचौलिया जितना कम होगा उतना सामान किसान को सस्ता मिलेगा। उसके बाद हम तीसरा फेज भी हमारा वो शुरू कर रहे हैं, वो है फार्मर टू डायरेक्ट फैक्ट्री। मतलब किसान के खेत से सामान उठाया और बड़े होटलों में, बड़ी रसोई में हमने पहुंचा दिया, ताकि बड़े होटल है वहाँ पे कहीं ना कहीं ज़रूरत ज़्यादा होती है, तो वहाँ पे रेट अच्छा मिलता है कहीं ना कहीं, ताकि किसान का सामान, मतलब हर प्रॉब्लम प्री हार्वेस्ट से लेके पोस्ट हार्वेस्ट सारी प्रॉब्लम का समाधान हो पाए, किसान अपना सामान सस्ता खरीद पाए और अच्छे रेट में बेच पाए। कहीं करना की पड़ेगा किसान को, बस किसान को एक मोबाइल ऐप है, प्ले स्टोर पे उपलब्ध है, F2DF, उसे डाउनलोड करना है। आप प्ले स्टोर पे जाएंगे, वहाँ पे आपको दिखेगा F2DF किसान की ऑनलाइन दुकान।
आप उसे डाउनलोड कीजिएगा, उसे इंस्टॉल कीजिएगा और अपनी हर प्रॉब्लम का सोल्यूशन वहाँ पाइएगा। प्री हार्वेस्ट से लेके पोस्ट हार्वेस्ट किसान की जो इनपुट कॉस्ट है वो कम हो और किसान की फसल है उसका रेट उसको अच्छा मिले। मतलब कुछ ਵੇਚਣਾ ਤੁਸੀਂ ਉੱਥੇ ਆਪਣੀ ਚੀਜ਼ ਦਾ ਪ੍ਰੋਡਕਟ ਬਾਰੇ ਪਾ ਦਿਓ, ਕੁਝ ਖਰੀਦਣਾ ਤੁਸੀਂ ਉੱਥੇ ਕਹਿ ਵੀ ਸਕਦੇ ਹੋ, मतलब ਕੁਐਸਚਨ ਵੀ ਪੈ ਜਾਂਦਾ ਵੀ ਮੈਨੂੰ ਆਹ ਚੀਜ਼ ਚਾਹੀਦੀ ਆ। मतलब दोनों चीज़ें हैं। अगर आपको सामान खरीदना है तो आप वहाँ बोल सकते हो मुझे इस चीज़ की ज़रूरत है, वरना आपको ऐसे बहुत सारे किसान साथी मिल जाएंगे जो बेचने के लिए उन्होंने डाला हुआ है वहाँ पे। मतलब किसान को अगर भैंस बेचनी है, आपको अगर भैंस खरीदनी है, जाके देखो और खरीद लो बस। उस डायरेक्ट सामने वाले से बात करो। मतलब सबसे बड़ी दिक्कत क्या है, लोग आज यही चाह रहे हैं कि किसान दूसरे किसान से डायरेक्ट बात ना कर पाए, जिससे बिचौलिया बीच में कहीं ना कहीं आ रहा है। हम यही प्रयास कर रहे हैं, हमारा यही एक प्रयास है कि सीधा किसान दूसरे किसान से मिले और आपस में जुड़े, आपस में एक दूसरे की हेल्प करें, आपस में कहीं ना कहीं किसान का पैसा किसान के घर में रहे बस। ਜੇ ਸਿੱਧੀ ਜੀ ਗੱਲ ਕਰੀਏ ਨਾ ਸੌਖੇ ਸ਼ਬਦਾਂ 'ਚ, ਤਾਂ ਜਿਵੇਂ OLX ਮਸ਼ਹੂਰ ਹੋਈ ਆ ਨਾ, ਜੋ ਚੀਜ਼ ਲੈਣੀ ਆ ਉੱਥੇ ਤਾਂ ਕਿਸਾਨਾਂ ਦੀ OLX ਇਹਨਾਂ ਵੱਲੋਂ ਜਿਹੜੀ ਇਹ ਬਣਾਈ ਗਈ ਆ F2DF ਆ। ਦੇਖੋ ਗੱਲ ਐ ਆ ਵੀ ਸਾਨੂੰ ਨੌਲੇਜ ਹੋਣੀ ਚਾਹੀਦੀ ਆ। ਅਸੀਂ ਇਹਨਾਂ ਦੀ ਐਪਲੀਕੇਸ਼ਨ ਨੂੰ ਜਾ ਕੇ ਵਰਤ ਕੇ ਕਿਸਾਨ ਦੇਖ ਸਕਦੇ ਨੇ, ਲੱਗਦਾ ਜੇ ਲਾਹੇਵੰਦ ਆ ਤਾਂ ਓਬਵੀਅਸ ਆ ਕਿ ਅਸੀਂ ਉਸ ਚੀਜ਼ ਦਾ ਅੱਗੇ ਵੀ ਫਾਇਦਾ ਚੱਕਦੇ ਹਾਂ। ਬਹੁਤ ਚੰਗਾ ਕੰਮ ਕਰ ਰਹੇ ਨੇ ਨੀਰਜ, ਲੱਗ ਰਿਹਾ ਹੁਣ ਵੀ ਉਹ ਨੌਕਰੀ ਛੱਡ ਕੇ ਜਿਹੜਾ ਆ ਸਹੀ ਫੈਸਲਾ ਲਿਆ। नहीं देखिए, सबसे बड़ी बात ये है कि मतलब अपनी कौम के लिए, अपने लोगों के लिए, मतलब पहले बस ये था कि नौकरी कर रहे थे, घर का खर्चा चल रहा था, सब कुछ सही था, इतना ही था बस। लेकिन अब कहीं ना कहीं किसानों के बीच में जब जाके ये बात बोलते हैं ना, तो जो बड़े बुजुर्गों का आशीर्वाद मिलता है, जो साथ मिलता है नौजवानों का, और जो बोलते हैं, मतलब आपको भी खुद लग रहा हो कि अच्छा काम कर रहा है भाई ये, तो वो सबसे बड़ी खुशी होती है और ना दिल को शांति मिलती है, खुशी मिलती है, वो कहीं ना कहीं मिलती है। उससे बड़ा कुछ नहीं हो सकता। ਵਾਕਈ ਦੇਖੋ ਗੱਲ ਇਹੀ ਹੈ ਨਾ ਕਿ ਜਿਹੜਾ ਆਨੰਦ ਨੀਰਜ ਦੇ ਕਹਿਣ ਦੇ ਮੁਤਾਬਿਕ ਹੈ ਕਿ ਜਿਹੜਾ ਆਨੰਦ ਸਾਨੂੰ ਲੋਕਾਂ ਦੇ ਕੋਲੋਂ ਬਲੈਸਿੰਗਸ ਲੈ ਕੇ ਆਉਂਦਾ, ਦੁਆਵਾਂ ਲੈ ਕੇ ਆਉਂਦਾ, ਉਹ ਤੋਂ ਵੱਡਾ ਸਕੂਨ ਕੋਈ ਨਹੀਂ ਹੈਗਾ। ਰੌਣੀ ਕਿਸਾਨ ਮੇਲੇ ਤੋਂ ਅੱਜ ਵੱਖੋ ਵੱਖ ਰੰਗ ਜਿਹੜੇ ਅਸੀਂ ਨੇ ਤੁਹਾਨੂੰ ਦਿਖਾਏ ਨੇ, ਕਿਸ ਤਰੀਕੇ ਜਿਹੜੀਆਂ ਸਟਾਲਾਂ ਲੱਗੀਆਂ ਨੇ, ਕਿਹੜੇ ਕਿਹੜੇ ਸਮਾਨ ਵੇਚੇ ਜਾ ਰਹੇ ਨੇ, ਲੋਕਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ। ਅੱਜ ਬੜਾ ਇੱਕ ਵੱਡਾ ਇੱਥੇ ਮੇਲਾ ਜਿਹੜਾ ਉਹ ਭਰਿਆ ਤੇ ਖੁਸ਼ੀ ਹੋਈ ਕਿ ਲੋਕ ਇੱਥੇ ਜਾਣਕਾਰੀ ਲੈਣ ਦੇ ਲਈ ਇਕੱਠੇ ਹੋਏ ਨੇ। ਬੜੇ ਡਿਸਿਪਲਿਨ, ਬੜੇ ਤਰੀਕੇ ਦੇ ਨਾਲ ਲੋਕ ਜਿਹੜੇ ਆ ਉਹ ਇੱਥੇ ਵਿਚ ਰਹੇ ਨੇ। ਅੱਗੇ ਵੀ ਤੁਹਾਨੂੰ ਅਜਿਹੀਆਂ ਥਾਵਾਂ ਦੀਆਂ ਅਸੀਂ ਰਿਪੋਰਟਸ ਜਿਹੜੀਆਂ ਨੇ, ਵੀਡੀਓਜ਼ ਜਿਹੜੀਆਂ ਉਹ ਦਿਖਾਉਂਦੇ ਰਵਾਂਗੇ। ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਕਰੋ, ਅੱਗੇ ਸ਼ੇਅਰ ਕਰੋ। ਆਗਿਆ ਚਾਹੁੰਦੇ ਆ ਜੀ, ਸਤਿ ਸ੍ਰੀ ਅਕਾਲ।